KTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਹੁੰਦੇ ਹਾਂ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਖਾਸ ਮਹਿਮਾਨਾਂ ਨੂੰ, ਜਿਨ੍ਹਾਂ ਨੇ ਸਾਡੀ ਕੌਮ ਦੇ ਲਈ, ਸਾਡੇ ਧਰਮ ਦੇ ਲਈ, ਸਾਡੇ ਦੇਸ਼ ਦੇ ਲਈ ਕੁਛ ਨਾ ਕੁਛ ਕਿਸੇ ਵੀ ਖੇਤਰ ਦੇ ਵਿੱਚ ਕੋਈ ਅਜਿਹੀ ਉਪਲਬਧੀ ਕੀਤੀ ਹੋਵੇ ਜਿਹਦੇ ਨਾਲ ਸਾਡੀ ਕੌਮ ਦੇ ਨੌਜਵਾਨਾਂ ਨੂੰ ਜਾਂ ਕੌਮ ਨੂੰ ਸੇਧ ਮਿਲਦੀ ਹੋਵੇ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਰਿਵਾਰ, ਜੋ ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ, ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲੇ ਪਹੁੰਚੇ ਨੇ, ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨੀ ਹੈ ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦਾ ਜੋ ਸੰਘਰਸ਼ ਜੋ ਉਹਨਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ, ਜੋ ਪਰਿਵਾਰ ਨੇ ਸੰਘਰਸ਼ ਸਾਰਾ ਆਪਣੀ ਅੱਖੀਂ ਦੇਖਿਆ, ਪਿੰਡੇ 'ਤੇ ਹੰਢਾਇਆ, ਉਹਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਸਾਡੇ ਸਤਿਕਾਰਯੋਗ ਭੈਣ ਜੀ ਬੀਬੀ ਸਤਵੰਤ ਕੌਰ ਜੀ ਆਏ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਤੁਹਾਡਾ ਸਵਾਗਤ ਹੈ ਅਤੇ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਆਏ ਹੋ। ਅਤੇ ਅੱਜ ਅਸੀਂ ਭੈਣ ਜੀ ਵਿਸ਼ੇਸ਼ ਤੌਰ 'ਤੇ ਤੁਹਾਡੇ ਜੀਵਨ ਬਾਰੇ ਵੀ ਗੱਲ ਕਰਨੀ ਹੈ ਅਤੇ ਨਾਲ ਦੀ ਨਾਲ ਅਸੀਂ ਭਾਈ ਸਾਹਿਬ ਹੋਣਾ ਦੇ ਬਾਰੇ ਵੀ ਗੱਲ ਕਰਨੀ ਹੈ, ਜੋ ਇੱਕ ਉਹ ਮਹਾਨ ਸ਼ਖਸੀਅਤ ਜੋ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਸੂਰਜ ਦੇ ਵਾਂਗ ਚਮਕਦੇ ਰਹਿਣਗੇ, ਅਤੇ ਜਿਨ੍ਹਾਂ ਦੇ ਉਹਨਾਂ ਦਾ ਜੋ ਜੀਵਨ, ਜੋ ਉਹਨਾਂ ਦੀ ਕਮਾਈ, ਜੋ ਘਾਲਣਾ, ਉਹਦੇ ਤੋਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪਨੀਰੀਆਂ ਉਹ ਹਮੇਸ਼ਾ ਹੀ ਸੇਧ ਲੈ ਕੇ ਕੌਮ ਦੇ ਜਿਹੜੇ ਨਕਸ਼ੇ ਕਦਮ ਅਤੇ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਉਹਨਾਂ ਦੇ ਹਮੇਸ਼ਾ ਚੱਲਦੀਆਂ ਰਹਿਣਗੀਆਂ। ਅਤੇ ਆਪਾਂ ਜੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਵੀ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਥੋੜ੍ਹੀ ਸਾਂਝ ਪਾਓ, ਤੁਹਾਡੀ ਸਟੱਡੀ, ਅਤੇ ਵਿਸ਼ੇਸ਼ ਤੌਰ 'ਤੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ, ਤੁਹਾਡੀ ਉਦੋਂ ਏਜ ਕਿੰਨੀ ਸੀ? ਹਾਂਜੀ, ਬਿਲਕੁਲ। ਮੇਰੀ ਏਜ ਜਿਹੜੀ ਹੈਗੀ ਉਸ ਸਮੇਂ ਕੋਈ ਜਦੋਂ ਦਰਬਾਰ ਸਾਹਿਬ 'ਤੇ 84 ਦੇ ਵਿੱਚ ਅਟੈਕ ਹੋਇਆ ਜੀ, ਉਸ ਸਮੇਂ 'ਤੇ ਮੈਂ ਕੋਈ 6.5 ਸਾਲ ਦੀ ਸੀਗੀ ਜੀ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਫਿਰ ਮੇਰੇ ਮਦਰ ਨੇ ਸਾਨੂੰ, ਕਿਉਂਕਿ ਮੇਰੇ ਫਾਦਰ ਸਾਹਿਬ ਦੀ ਇੱਛਾ ਸੀਗੀ ਕਿ ਮੇਰੀ ਬੇਟੀਆਂ ਜਿਹੜੀਆਂ ਨੇ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਜੀ, ਅਤੇ ਮੇਰੇ ਮਦਰ ਨੇ ਸਾਨੂੰ ਬੜੀ ਉਸ ਸਿਚੁਏਸ਼ਨ ਦੇ ਵਿੱਚ, ਅਜਿਹੇ ਹਾਲਾਤਾਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਐਜੂਕੇਸ਼ਨ ਵੱਲ ਬਹੁਤ ਖਿਆਲ ਦਿੱਤਾ ਨਾ। ਅਤੇ ਮੇਰੇ ਕੋਲ ਮਾਸਟਰਸ ਹੈਗੀ ਹੈ ਜੀ, ਹਿਸਟਰੀ ਵਿੱਚ ਵੀ ਹੈ, ਇੰਗਲਿਸ਼ ਵਿੱਚ ਵੀ ਹੈ, ਰਿਲੀਜੀਅਸ ਸਟੱਡੀਜ਼ ਵਿੱਚ ਵੀ ਹੈ ਮਾਸਟਰਸ ਜੀ। ਐਂਡ ਮੈਂ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਸ ਦੇ ਵਿੱਚ ਜਿਹੜਾ ਐਜ਼ ਆ ਮੈਂ ਬਤੌਰ ਟੀਚਰ ਸ਼ੁਰੂ ਕੀਤਾ ਸੀਗਾ ਆਪਣਾ 2006 ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ। ਅਤੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ, ਸ਼ਹੀਦਾਂ ਸਿੰਘਾਂ ਦੀ ਕਿਰਪਾ ਸਦਕਾ ਇਸ ਟਾਈਮ 'ਤੇ ਮੈਂ ਐਜ਼ ਅਸਿਸਟੈਂਟ ਡਾਇਰੈਕਟਰ ਸਕੂਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸਕੂਲਸ ਹੈਗੇ ਨੇ ਉਹਦੇ ਵਿੱਚ ਬਤੌਰ ਸਹਾਇਕ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਹਾਂ ਜੀ। ਬਹੁਤ ਇਹ ਚੜ੍ਹਦੀ ਕਲਾ ਵਾਲੀ ਗੱਲ ਹੈ। ਵਿਸ਼ੇਸ਼ ਤੌਰ 'ਤੇ ਸਾਡੀ ਕੌਮ ਦੇ ਵਿੱਚ ਜੇ ਇਸ ਟਾਈਮ ਸਾਨੂੰ ਲੋੜ ਹੈ ਕਿ ਸਾਡੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਸਾਡੇ ਭੈਣ ਭਰਾ ਉਹ ਮੂਹਰਲੀ ਕਤਾਰ ਦੇ ਵਿੱਚ ਆਉਣੇ ਚਾਹੀਦੇ, ਨਾ ਕਿ ਜੇ ਅਸੀਂ ਗੱਲ ਕਰੀਏ ਕਿ ਅੱਜ ਦੇ ਤੌਰ 'ਤੇ ਜਿਵੇਂ ਹੋ ਰਿਹਾ ਕਿ ਫੌਜ ਦੇ ਵਿੱਚ ਭਰਤੀ ਹੋ ਜਾਈਏ ਜਾਂ ਮਿਲਟਰੀ ਦੇ ਵਿੱਚ ਭਰਤੀ ਹੋ ਜਾਈਏ। ਭਰਤੀ ਜ਼ਰੂਰ ਹੋਵੋ, ਪਰ ਉਸ ਲੈਵਲ 'ਤੇ ਭਰਤੀ ਹੋ ਜਿੱਥੇ ਤੁਹਾਡੀ ਕਹੀ ਗੱਲ ਦਾ ਕੋਈ ਵਜਨ ਹੋਵੇ। ਉਸ ਲੈਵਲ 'ਤੇ ਪਹੁੰਚ ਕੇ ਸਾਨੂੰ ਭਰਤੀ ਹੋਣਾ ਪੈਣਾ ਜਿੱਥੇ ਅਸੀਂ ਸਿਸਟਮ ਦੇ ਚੇਂਜ ਕਰ ਸਕੀਏ ਜਾਂ ਆਪਣੇ ਲੋਕਾਂ ਦੀ ਕੋਈ ਗੱਲ ਲੈ ਕੇ ਅਸੀਂ ਸਾਰਿਆਂ ਦੇ ਸਾਹਮਣੇ ਲਿਆ ਸਕੀਏ। ਭੈਣ ਜੀ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ, ਕਿਉਂਕਿ ਵਿਸ਼ੇਸ਼ ਤੌਰ 'ਤੇ ਸਾਡੇ ਸੰਘਰਸ਼ ਦੇ ਬਾਰੇ ਹਮੇਸ਼ਾ ਇਹੀ ਗੱਲਾਂ ਕਹੀਆਂ ਗਈਆਂ ਸੀਗੇ ਕਿ ਇਹ ਤਾਂ ਅਨਪੜ੍ਹ ਲੋਕ ਸੀਗੇ ਜੀ ਜਿਹੜੇ ਇਹ ਸੰਘਰਸ਼ ਦੇ ਵਿੱਚ ਕੁੱਦੇ ਸੀਗੇ, ਜਾਂ ਇਹਨਾਂ ਦੇ ਪਰਿਵਾਰ ਜਿਹੜੇ ਸੀਗੇ ਉਹ ਘਰਾਂ 'ਚੋਂ ਗਰੀਬ ਸੀਗੇ, ਜਾਂ ਇਹਨਾਂ ਨੂੰ ਕੋਈ ਕਹਿ ਸਕਦੇ ਕਿ ਇਹੀ ਕਿਹਾ ਜਾਂਦਾ ਸੀ ਕਿ ਵਿਸ਼ੇਸ਼ ਤੌਰ 'ਤੇ ਵੀ ਇਹ ਦੁਨਿਆਵੀ ਗੱਲਾਂ ਤੋਂ ਬਹੁਤ ਭਟਕੇ ਹੋਏ ਲੋਕ ਸੀਗੇ ਜਿਹੜੇ ਇਹ ਸੰਘਰਸ਼ 'ਚ ਕੁੱਦੇ ਸੀਗੇ। ਸੋ ਆਪਾਂ ਇਹ ਵੀ ਜਾਣਨਾ ਚਾਹੇ ਤੁਸੀਂ ਥੋੜ੍ਹੇ ਜਿਹੇ ਆਪਣੇ ਪਰਿਵਾਰ ਦੀ ਬੈਕਗਰਾਊਂਡ ਬਾਰੇ ਜ਼ਰੂਰ ਦੱਸੋ। ਜਿੱਥੇ ਮੈਂ ਤੁਹਾਡੇ ਪਹਿਲੇ ਪੁਆਇੰਟ 'ਤੇ ਆਵਾਂ ਕਿ ਜਿਹੜੀ ਗੱਲ ਚੱਲੀ ਸੀਗੀ ਕਿ ਜਿਹੜੇ ਇਹ ਸੰਘਰਸ਼ ਵਿੱਚ ਲੋਕ ਕੁੱਦੇ ਨੇ ਉਹ ਅਨਪੜ੍ਹ ਸੀਗੇ, ਇਹ ਅਸਲ ਦੇ ਵਿੱਚ ਇਹ ਗੱਲ ਠੀਕ ਨਹੀਂ, ਮਤਲਬ ਸੱਚੀ ਨਹੀਂ ਹੈਗੀ। ਅਸਲੀਅਤ ਇਹ ਸੀਗੀ ਕਿ ਜਿਹੜੀ ਇਹ ਸਾਡੀ ਸਿੱਖ ਸੰਘਰਸ਼ ਦੇ ਮੋਢੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਉਸ ਸਮੇਂ ਦੇ ਮੇਰੇ ਫਾਦਰ ਸਾਹਿਬ ਸੀਗੇ, he was also having the masters in ਪੰਜਾਬੀ। ਉਹ ਗੋਲਡ ਮੈਡਲਿਸਟ ਸੀਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਉਹਨਾਂ ਦੀ ਸਾਰੀ ਜਿਹੜੀ ਸਟੱਡੀ ਸੀਗੀ ਖਾਲਸਾ ਕਾਲਜ ਤੋਂ ਬਤੌਰ ਉਹਨਾਂ ਨੇ ਕੀਤੀ ਸੀਗੀ, ਅਤੇ ਉਹ ਰਿਸਰਚ ਸਕਾਲਰ ਸੀਗੇ। PhD ਕਰ ਰਹੇ ਸੀਗੇ ਜਦੋਂ 84 ਦਾ ਇਹ ਸਾਕਾ ਵਰਤਿਆ। ਅਤੇ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਉਹਨਾਂ ਤੋਂ ਪਹਿਲਾਂ ਜਿਹੜੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਮੇਰੇ ਦਾਦਾ ਜੀ ਸੀਗੇ, ਉਹਨਾਂ ਨੇ FA ਤੱਕ ਦੀ ਪੜ੍ਹਾਈ ਜਿਹੜੀ ਆ ਇੱਥੋਂ ਕੀਤੀ ਸੀਗੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਹੋਰ ਵੀ ਬਹੁਤ ਸਾਰੇ ਸਿੰਘ ਜਿਹੜੇ, ਜਿਵੇਂ ਹਰਮਿੰਦਰ ਸੰਧੂ ਸੀਗਾ ਉਸ ਸਮੇਂ ਦੇ ਉੱਤੇ ਜਨਰਲ ਸੈਕਟਰੀ ਆਫ ਜਿਹੜਾ AISSF ਦੇ, ਉਹ ਵੀ ਬੜੇ ਪੜ੍ਹੇ ਲਿਖੇ ਔਰ ਕਾਬਲ ਸੀਗੇ। ਹੋਰ ਵੀ ਬੜੇ ਸਾਰੇ ਸਟੂਡੈਂਟਸ, ਬੇਸਿਕਲੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤਾਂ ਹੈ ਹੀ ਸਟੂਡੈਂਟਸ ਦੀ ਸੀਗੀ,
ਔਰ ਉਹਨਾਂ ਦਾ ਜਿਹੜਾ ਹੈਗਾ ਸੀਗਾ ਮੋਟਿਵ ਵੀ ਸੀਗਾ, ਔਰ ਉਹਨਾਂ ਨੇ ਸ਼ੁਰੂ ਵੀ ਕੀਤਾ, ਜਿਹੜਾ ਬੁਨਿਆਦ ਰੱਖੀ AISSF ਦੀ, ਉਹਨਾਂ ਨੇ ਉਹ ਸਕੂਲਾਂ ਕਾਲਜਾਂ ਤੋਂ ਹੀ ਸ਼ੁਰੂ ਕੀਤੀ ਸੀਗੀ, ਬੇਸਿਕਲੀ ਕਾਲਜਿਸ ਤੋਂ। ਸੋ ਇਹ ਬੜਾ ਗਲਤ ਪ੍ਰਚਾਰ ਹੈ ਲੋਕਾਂ ਦੇ ਵਿੱਚ ਪਹਿਲਾਂ ਤਾਂ ਕੀਤਾ ਗਿਆ ਸੀਗਾ ਵੀ ਇਹ ਜਿਹੜੇ ਸੰਘਰਸ਼ੀ ਲੋਕ ਨੇ ਇਹ ਅਨਪੜ੍ਹ ਨੇ, ਦੈਟ ਇਜ਼ ਨਾਟ ਦੀ ਫੈਕਟ। ਬਿਲਕੁਲ ਜੀ, ਬਿਲਕੁਲ। ਸੋ ਦੂਸਰੀ ਗੱਲ ਇਹ ਹੈ ਕਿ ਮੇਰੇ ਪਰਿਵਾਰ ਬਾਰੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ, ਬਖਸ਼ਿਸ਼ ਸਦਕਾ, ਮੇਰੀ ਆਪਣੀ ਕੋਈ ਕਮਾਈ ਨਹੀਂ ਇਹਦੇ ਵਿੱਚ ਤੁਸੀਂ ਕਹਿ ਸਕਦੇ, ਜਾਂ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ ਕਹਿ ਸਕਦੇ, ਵੱਡੇ ਭਾਗਾਂ ਦਾ ਸਦਕਾ ਗੁਰੂ ਮਹਾਰਾਜ ਨੇ ਮੈਨੂੰ ਜਨਮ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕੁੱਲ ਵਿੱਚ ਦਿੱਤਾ ਸੀਗਾ। ਬਿਲਕੁਲ ਜੀ। ਔਰ ਉਹਨਾਂ ਦੇ ਘਰ ਸਭ ਤੋਂ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਵੱਡੀ ਬੇਟੀ ਹਾਂ। ਉਹ ਜਿਹੜੇ ਸੰਸਕਾਰ ਉਹਨਾਂ ਦੇ ਖੂਨ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ ਮੇਰੇ ਮਦਰ ਨੇ, ਉਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਜਿਹੜੇ ਸਾਨੂੰ ਮਿਲੇ ਆ, ਮੈਂ ਇਸ ਗੱਲ ਹੀ ਪਰਮਾਤਮਾ ਦਾ ਬਹੁਤ ਹੀ ਸ਼ੁਕਰਾਨਾ ਕਰਦੀ ਹਾਂ ਕਿ ਗੁਰੂ ਮਹਾਰਾਜ ਨੇ ਇਸ ਪਰਿਵਾਰ ਦੇ ਵਿੱਚ ਮੈਨੂੰ ਜਨਮ ਦਿੱਤਾ, ਔਰ ਅੱਜ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ। ਇਹ ਉਹਨਾਂ ਸ਼ਹੀਦਾਂ ਦਾ ਸਦਕਾ ਹੈ, ਉਹਨਾਂ ਵੱਡਿਆਂ ਦਾ ਸਦਕਾ ਹੈ, ਔਰ ਉਸ ਤੋਂ ਬਾਅਦ 'ਚ ਮੇਰੀ ਮਾਤਾ ਜੀ ਦੀ ਜਿਹੜੀ ਗਾਈਡੈਂਸ ਦਾ ਸਦਕਾ ਹੈ ਕਿ ਅਸੀਂ ਅੱਜ ਇੱਥੇ ਤੁਹਾਡੇ ਵਿੱਚ ਇੰਨੀ ਐਜੂਕੇਸ਼ਨ ਲੈ ਕੇ ਇੱਥੇ ਤੁਹਾਡੇ ਵਿੱਚ ਮੌਜੂਦ ਹਾਂ। ਬਿਲਕੁਲ, ਇਹ ਬਹੁਤ ਚੰਗੇ ਭਾਗ ਨੇ ਸਾਰੀ ਕੌਮ ਦੇ ਵੀ, ਜੇ ਅਸੀਂ ਕਹਿ ਸਕਦੇ ਸਾਡੇ ਸਾਰਿਆਂ ਦੇ। ਹਮੇਸ਼ਾ ਅਸੀਂ ਜ਼ਿਕਰ ਕਰਦੇ ਹੁੰਦੇ ਕਿ ਜਦੋਂ ਭਾਰਤ ਦੇ ਵਿੱਚ ਐਮਰਜੈਂਸੀ ਲੱਗੀ ਸੀ, ਸਾਰੇ ਕਹਿੰਦੇ ਘਾਉਂਦੇ ਸਰਦਾਰ ਜਿਹੜੇ ਆਪਦੇ ਜਾਣੇ ਖੱਬੀ ਖਾਂਸੀ ਸਾਰੇ ਕਿਤੇ ਨਾ ਕਿਤੇ ਖੁੱਡਾਂ 'ਚ ਲੋਗੇ ਤੇ ਇਕੱਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਨਿੱਤਰ ਕੇ ਮੈਦਾਨ ਦੇ ਵਿੱਚ ਆਏ ਸੀ, ਤੇ ਉਸੇ ਸ਼ਾਇਦ ਗੱਲ ਦੇ ਕਰਕੇ ਜਦੋਂ ਸਰਕਾਰ ਨੂੰ ਭਾਜੜਾਂ ਪਈਆਂ ਸੀ ਤਾਂ ਉੱਥੋਂ ਉਹ ਸਮਝਣਾ ਸ਼ੁਰੂ ਹੋ ਗਏ ਕਿ ਸਿੱਖ ਕੌਮ ਹੁਣ ਜਾਗ ਗਈ ਹੈ। ਉਹਨਾਂ ਦੇ ਕੋਲੇ ਅਜਿਹੇ ਲੀਡਰ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਗਏ, ਜਿਹੜੇ ਸਿੱਖਾਂ ਨੂੰ ਇਸ ਗੱਲ ਤੋਂ ਜਾਣੂ ਕਰਾਉਣਗੇ ਕਿ ਉਹਨਾਂ ਦੇ ਹੱਕਾਂ ਤੇ ਕਿਵੇਂ ਡਾਕੇ ਵੱਜ ਰਹੇ ਨੇ। ਜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰੀਏ, ਉਹ ਸ਼ੁਰੂ ਹੋਈ ਤਾਂ ਉਹਨੇ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਸੀਗੇ ਸਾਡੇ ਸਿੱਖ ਪਰਿਵਾਰਾਂ ਜਿਵੇਂ ਸਿੱਖੀ ਤੋਂ ਬਹੁਤ ਦੂਰ ਹੋ ਗਏ ਸੀ, ਉਹਨਾਂ ਨੂੰ ਵਾਪਸ ਲੈ ਕੇ ਆਂਦਾ ਸੀ ਕਾਲਜਾਂ ਦੇ ਵਿੱਚੋਂ, ਜਿੱਥੋਂ ਫਿਰ ਇਹ ਲਹਿਰ ਜਿਹੜੀ ਆ ਅੱਜ ਅਸੀਂ ਉਸ ਲਹਿਰ ਨੂੰ ਵਰਲਡ ਲੈਵਲ ਦੇ ਉੱਤੇ ਕਹਿ ਸਕਦੇ ਹਾਂ ਕਿ 10 ਸਾਲਾਂ ਦੇ ਵਿੱਚ 8 ਸਾਲਾਂ ਦੇ ਵਿੱਚ ਵਰਲਡ ਦੀ ਜਿਹੜੀ ਚੌਥੀ ਪਾਵਰ ਹੈ ਉਸ ਨੂੰ ਕੁਛ ਕੁ ਸਾਲਾਂ ਦੇ ਵਿੱਚ ਬਿਲਕੁਲ ਖੂੰਜੇ ਲਾ ਕੇ ਰੱਖ ਦਿੱਤਾ ਸੀ। ਤੇ ਉਹ ਵੀ ਕਿਤੇ ਨਾ ਕਿਤੇ ਸਾਡੇ ਨਾਲ ਟੇਬਲ ਟਾਕ ਕਰਨ ਦੇ ਲਈ ਆਪ ਹਾਮੀ ਭਰ ਲੱਗੇ ਕਿ ਟੇਬਲ ਟਾਕ ਕਰੀਏ ਜੀ। ਤੇ ਉਹ ਜਦੋਂ ਇਹ ਸਾਰਾ ਕੁਝ ਵਰਤਾਰਾ ਹੁੰਦਾ ਜੀ 84 ਦੇ ਵੇਲੇ, ਤੁਸੀਂ ਉਦੋਂ ਦੱਸਿਆ ਤੁਹਾਡੀ ਉਮਰ 6.5 ਸਾਲ ਸੀਗੀ। ਉਸ ਤੋਂ ਬਾਅਦ ਜਿਵੇਂ ਕਿ ਸਾਡੇ ਪਰਿਵਾਰਾਂ ਦੇ ਨਾਲ ਹੋਇਆ, ਹੁਣ ਵੀ ਹੋ ਰਿਹਾ, ਸਰਕਾਰ ਤੰਗ ਕਰ ਰਹੀ ਹੈ, ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਤੁਹਾਡੇ ਪਰਿਵਾਰ ਨੂੰ ਅਜਿਹੀਆਂ ਤੰਗੀਆਂ ਪਰੇਸ਼ਾਨੀਆਂ ਤਾਂ ਬਹੁਤ ਆਈਆਂ ਹੋਣਗੀਆਂ। ਬਿਲਕੁਲ, ਕਿਉਂਕਿ ਕੋਈ ਲੁਕਿਆ ਛਿਪਿਆ ਨਾਮ ਹੈ ਨਹੀਂ ਸੀ, ਕੋਈ ਸ਼ਮੂਲੀਅਤ ਲੁਕੀ ਛਿਪੀ ਤਾਂ ਹੈ ਨਹੀਂ ਸੀ ਕਿ ਸਰਕਾਰ ਨੂੰ ਸਾਨੂੰ ਲੱਭਣਾ ਪੈਂਦਾ, ਅਸੀਂ ਤਾਂ ਪਹਿਲਾਂ ਹੀ ਸਪੌਟਡ ਸੀਗੇ। ਹਾਂਜੀ। ਜਦੋਂ 84 ਦਾ ਸਾਕਾ ਹੋਇਆ ਤਾਂ ਲਾਸਟ ਜਦੋਂ ਅਸੀਂ ਆਪਣੇ ਫਾਦਰ ਸਾਹਿਬ ਤੋਂ ਆਗਿਆ ਤੋਂ ਕਹਿਣ ਤੋਂ ਭਾਵ ਆ ਕਿ ਉਹਨਾਂ ਨੇ ਸਾਨੂੰ ਕਹਿ ਦਿੱਤਾ ਸੀ ਸਾਰੇ ਪਰਿਵਾਰ ਨੂੰ ਬਿਠਾ ਕੇ ਬਿਲਕੁਲ ਕਲੀਅਰਲੀ ਕਿ ਅਸੀਂ ਸ਼ਹੀਦ ਹੋ ਜਾਣਾ ਤੇ ਤੁਸੀਂ ਇੱਥੋਂ ਚਲੇ ਜਾਓ, ਕਿਉਂਕਿ ਕੈਂਪਸ 'ਚ ਕਿਸੇ ਸਮੇਂ ਵੀ ਜਿਹੜੀ ਆ ਫੌਜ ਐਂਟਰ ਕਰ ਸਕਦੀ ਆ। ਮੇਰੇ ਖਿਆਲ ਆਈ ਥਿੰਕ 2 ਜੂਨ ਦੀ ਗੱਲ ਹੈ। ਮੇਰੇ ਦਾਦੀ ਜੀ ਵੀ ਉੱਥੇ ਸੀ, ਮੈਂ ਵੀ, ਛੋਟੀ ਸਿਸਟਰ, ਮੇਰੇ ਮਦਰ ਵੀ ਉੱਥੇ ਸੀ, ਸਾਡੇ ਇੱਕ ਰਿਸ਼ਤੇਦਾਰ 'ਚੋਂ ਹੋਰ ਵੀ ਪਰਿਵਾਰਕ ਮੈਂਬਰ ਉੱਥੇ ਬੈਠੇ ਸੀਗੇ। ਤੇ ਮੈਂ ਆਪਣੇ ਦਾਦੀ ਜੀ ਦੇ ਨਾਲ, ਮੇਰੇ ਮਦਰ ਨੇ ਰਿਫਿਊਜ਼ ਕਰਤਾ ਬਈ ਜੇ ਤੁਸੀਂ ਇੱਥੇ ਰਹਿਣਾ ਤਾਂ ਮੈਂ ਵੀ ਇੱਥੋਂ ਨਹੀਂ ਜਾਣਾ। ਮੈਂ ਆਪਣੇ ਦਾਦੀ ਜੀ ਦੇ ਨਾਲ, ਕਿਉਂਕਿ ਕਰਫਿਊ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਸੀਗੀ, ਤੇ ਉੱਥੋਂ ਨਿਕਲ ਕੇ ਆ ਗਈ। ਛੋਟੀ ਸੀਗੀ, ਇਸ ਗੱਲ ਦੀ ਸਮਝ ਨਹੀਂ ਸੀ ਵੀ ਸ਼ਹੀਦੀ ਤੋਂ ਕੀ ਮਤਲਬ ਹੈ, ਇਹਦਾ ਕੀ ਭਾਵ ਹੈ, ਜਾਂ ਇਹਦਾ ਹੁਣ ਇਹਨਾਂ ਨੇ ਸਾਨੂੰ ਨਹੀਂ ਮਿਲਣਾ, ਜਾਂ ਇਹਨਾਂ ਨੇ ਕੀ ਲਾਸਟ ਉਸ ਟਾਈਮ ਤੇ ਮੈਨੂੰ ਨਹੀਂ ਇਸ ਗੱਲ ਦੀ ਸਮਝ ਲੱਗੀ। ਮੈਂ ਥੋੜ੍ਹਾ ਜਿਹਾ ਕੋਸ਼ਿਸ਼ ਕੀਤੀ, ਉਹਨਾਂ ਦੇ ਨਾ ਚੋਲੇ ਦੀ ਕੰਨੀ ਫੜ ਲਈ ਵੀ ਮੈਂ ਨਹੀਂ ਜਾਣਾ, ਮੈਂ ਇੱਥੇ ਪੜ੍ਹਨਾ। ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਬਾਂਹ ਫੜ ਕੇ ਮੇਰੇ ਦਾਦੀ ਜੀ ਨੂੰ ਫੜਾ ਦਿੱਤੀ। ਅਸੀਂ ਬਾਹਰ ਆ ਗਏ, ਕਰਫਿਊ ਲੱਗਿਆ ਹੋਇਆ ਸੀਗਾ, ਥੋੜ੍ਹੇ ਟਾਈਮ ਢਿੱਲ ਦਿੱਤੀ ਸੀ। ਇੱਕ ਸਿੰਘ ਨੇ ਸਾਨੂੰ ਆ ਕੇ ਬਾਹਰ ਕਿਸੇ ਬੱਸ 'ਤੇ ਚੜ੍ਹਾਇਆ। ਹੁਣ ਮੈਨੂੰ ਥੋੜ੍ਹਾ ਯਾਦ ਹੈ ਕਿ ਅਸੀਂ ਉੱਥੋਂ ਕਿਸੇ ਤਰੀਕੇ ਸਰਹਾਲੀ ਸਾਹਿਬ ਪਹੁੰਚੇ, ਜਿਹੜੇ ਬਾਬਾ ਤਾਰਾ ਸਿੰਘ ਜੀ ਹੋਣੀ ਕਾਰ ਸੇਵਾ ਵਾਲੇ, ਉਹਨਾਂ ਦੇ ਡੇਰੇ ਪਹੁੰਚੇ। ਉਦੋਂ ਤੱਕ ਦੁਬਾਰਾ ਕਰਫਿਊ ਲੱਗ ਗਿਆ ਜੀ। ਕਰਫਿਊ ਲੱਗਿਆ ਜਦੋਂ ਉਹਨਾਂ ਦੇ ਡੇਰੇ ਗਏ ਤਾਂ ਅਗਲਾ ਕੁਐਸਚਨ ਇਹ ਸੀ ਵੀ ਮੈਨੂੰ ਮੇਰੇ ਦਾਦੀ ਜੀ ਨੂੰ ਪਿੰਡ ਕਿਵੇਂ ਪਹੁੰਚਾਇਆ ਜਾਵੇ। ਤਾਂ ਉਦੋਂ ਉਸ ਸਮੇਂ 'ਤੇ ਜਿਹੜੀ ਸਭ ਤੋਂ ਪਹਿਲੀ ਜਿਹੜੀ ਮੇਰੇ ਕੰਨਾਂ ਦੇ ਵਿੱਚ ਆਵਾਜ਼ ਗੂੰਜੀ ਹੈ ਤਾਂ ਸਾਨੂੰ ਸਿੰਘਾਂ ਨੇ ਉਦੋਂ ਮੇਰੇ ਦਾਦੀ ਜੀ ਨੇ ਕਿਹਾ ਕਿ ਪਹਿਲਾਂ ਤਾਂ ਤੁਸੀਂ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਤੁਸੀਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਮਾਤਾ ਹੋ ਔਰ ਇਹ ਤੁਹਾਡੇ ਨਾਲ ਉਹਨਾਂ ਦੀ ਬੇਟੀ ਹੈ। ਰਸਤੇ ਵਿੱਚ ਕੋਈ ਵੀ ਖੜੇ ਕਰਕੇ ਪੁੱਛਣ, ਕਿਉਂਕਿ ਨਾਕੇ ਬੜੇ ਲੱਗੇ ਆ, ਆਰਮੀ ਖੜੀ ਆ ਸਭ ਥਾਵਾਂ ਤੇ ਨਾ, ਸਾਰਾ ਪੰਜਾਬ ਹੀ ਆਰਮੀ ਦੇ ਹਵਾਲੇ ਸੀ ਉਸ ਟਾਈਮ ਤੇ। ਤੇ ਦੂਸਰੀ ਗੱਲ ਇਹ ਕਿ ਰੇਡੀਓ ਤੋਂ ਜਿਹੜੀਆਂ ਖਬਰਾਂ ਉਹ ਬੜੀਆਂ ਭਿਆਨਕ ਆ ਰਹੀਆਂ ਸੀਗੀਆਂ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਮੈਂ ਮਤਲਬ ਛੋਟੀ ਸੀਗੀ ਪਰ ਮੇਰੇ ਦਿਮਾਗ 'ਚ ਇਹ ਗੱਲ ਬੜੀ ਵੀ ਇਹਨਾਂ ਨੇ ਇਹ ਗੱਲ ਕਿਉਂ ਕਹੀ ਆ ਵੀ ਤੁਸੀਂ ਇਹ ਨਹੀਂ ਦੱਸਣਾ ਵੀ ਅਸੀਂ ਉਸ ਪਰਿਵਾਰ ਦੇ ਮੈਂਬਰ ਆ। ਪਰ ਇਹਦੀ ਅਟੱਲ ਸੱਚਾਈ ਸੀਗੀ, ਉਹ ਸਮਝਦੇ ਸੀ ਸਾਰਾ ਕੁਝ। ਹਾਂਜੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਦਾਦੀ ਜੀ ਦਾ ਸ਼੍ਰੀ ਸਾਹਿਬ ਗਾਤਰਾ, ਉਹ ਕਹਿੰਦੇ ਵੀ ਤੁਸੀਂ ਕੱਪੜਿਆਂ ਦੇ ਹੇਠੋਂ ਦੀ ਕਰ ਲਓ ਜੀ। ਹਾਂਜੀ। ਹੁਲੀਆ ਚੇਂਜ ਕਰਾਇਆ, ਥੋੜ੍ਹੀ ਜਿਹੀ ਉਹਨਾਂ ਦਾ ਦਸਤਾਰ ਸਿਰ ਤੇ ਸਜਾਉਂਦੇ ਸੀ, ਪਿੱਛੇ ਕੇਸ ਉਹਨਾਂ ਦੇ ਪਿੱਛੇ ਕਰਵਾਏ।
ਤਾਂ ਇਹ ਹੌਲੀ ਹੌਲੀ ਫਿਰ ਉਸ ਤੋਂ ਬਾਅਦ 'ਚ ਅਸੀਂ ਚੱਲਦੇ ਇੱਕ ਅੱਧੇ ਦਿਨ ਦੇ ਵਿੱਚ ਅਗਲੇ ਦਿਨ ਤੱਕ ਅਸੀਂ ਫਿਰੋਜ਼ਪੁਰ ਆਪਣੇ ਨਾਨਕੇ ਘਰ ਪਹੁੰਚੇ। ਉੱਥੇ ਆਉਣ ਤੱਕ ਜਦੋਂ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਅੰਦਰ ਪੂਰਾ ਹਮਲਾ ਹੋ ਗਿਆ, ਫੌਜ ਐਂਟਰ ਕਰ ਗਈ ਆ, ਦੋ ਪਾਸੇ ਜਿਹੜਾ ਮੁਕਾਬਲਾ ਬੜੇ ਜ਼ੋਰਾਂ ਨਾਲ ਹੋ ਰਿਹਾ। ਅੱਗੇ ਜਦੋਂ ਆਏ ਤਾਂ ਜਿਹੜਾ ਮੇਰੇ ਨਾਨਕਾ ਪਰਿਵਾਰ ਸੀਗਾ ਉਹ ਵੀ ਘਰੋਂ ਬੇਘਰ ਸਾਰੇ, ਕਿਉਂਕਿ ਮੇਰੇ ਇੱਕ ਮਾਮਾ ਜੀ ਵੀ ਉੱਥੇ ਹੀ ਸੀਗੇ, ਦਰਬਾਰ ਸਾਹਿਬ ਸੀ ਮੇਰੇ ਫਾਦਰ ਸਾਹਿਬ ਦੇ ਨਾਲ। ਤੇ ਮੇਰੇ ਨਾਨਾ ਜੀ ਵੀ ਘਰ ਹੈ ਨਹੀਂ, ਮੇਰੇ ਨਾਨੀ ਜੀ ਤੇ ਮਾਸੀ ਜੀ ਕਿਸੇ ਹੋਰ ਦੇ ਘਰ ਛੁਪੇ ਹੋਏ। ਉੱਥੇ ਮੇਰੇ ਦਾਦੀ ਜੀ ਮੈਨੂੰ ਛੱਡ ਕੇ ਜਦੋਂ ਸੁਣੀਆਂ ਉਹਨਾਂ ਨੇ ਖਬਰਾਂ ਤਾਂ ਉਸੇ ਉਹ ਇਮੀਡੀਏਟਲੀ ਉਹ ਵਾਪਸ ਆ ਗਿਆ ਅੰਮ੍ਰਿਤਸਰ, ਕਿਉਂਕਿ ਸਾਰੀ ਫੈਮਿਲੀ ਉੱਥੇ ਸੀਗੀ। ਚਾਚਾ ਜੀ, ਚਾਚੀ ਜੀ, ਮੇਰੇ ਮਦਰ, ਛੋਟੀ ਸਿਸਟਰ, ਮੇਰੇ ਫਾਦਰ ਸਾਹਿਬ ਸਾਰੀ ਉੱਥੇ ਸੀਗੀ। ਤਾਂ ਉਹ ਇੱਕ ਮਾਂ ਸੀਗੀ, ਉਹ ਇਹ ਬਰਦਾਸ਼ਤ ਨਹੀਂ ਸੀ ਕਰ ਸਕਦੇ ਜਦੋਂ ਖਬਰਾਂ ਨਿਊਜ਼ ਆ ਰਹੀਆਂ ਸੀ। ਤੇ ਉਹਨਾਂ ਨੇ ਮੈਨੂੰ ਉੱਥੇ ਛੱਡ ਕੇ ਮੇਰੇ ਨਾਨਕੇ ਤੇ ਮੈਨੂੰ ਘੁੱਟ ਕੇ ਆਪਣੇ ਗੱਲ ਨਾਲ ਲਾ ਲਿਆ। ਮੈਨੂੰ ਉਹਨਾਂ ਨੂੰ ਇਹ ਸੀਗਾ ਕਿ ਪਤਾ ਨਹੀਂ ਹੁਣ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ, ਨਾ। ਤੇ ਮੈਨੂੰ ਉੱਥੇ ਛੱਡ ਕੇ ਤੇ ਵਾਪਸ ਉਹ ਅੰਮ੍ਰਿਤਸਰ ਆ ਗਏ ਜੀ। ਉਸ ਤੋਂ ਬਾਅਦ 'ਚ ਫਿਰ ਹੌਲੀ ਹੌਲੀ ਜਿਵੇਂ ਆਪਣੀ ਮੈਨੂੰ ਰੋਜ਼ ਹੀ ਸਮਝਾਉਣਾ 3 ਵਾਰੀ 4 ਵਾਰੀ ਵੀ ਇਹ ਬੱਚਾ ਹੈ, ਕਿਸੇ ਨੂੰ ਦੱਸ ਨਾ ਜਾਵੇ। ਤਾਂ ਉਹਨਾਂ ਨੇ ਮੇਰੇ ਸਾਰਿਆਂ ਨੇ ਰਿਸ਼ਤੇ ਜਿਹਨੇ ਵੀ ਸਮਝਾਉਣਾ ਉਹਨਾਂ ਨੇ, ਬੇਟਾ ਇਹ ਨਾ ਦੱਸਿਓ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੱਦਾਂ, ਕੋਈ ਨਾਮ ਹੀ ਪੁੱਛੇ। ਤਾਂ ਇਹਨਾਂ ਗੱਲਾਂ ਦੀ ਮੈਨੂੰ ਬਾਅਦ 'ਚ ਸਮਝ ਆਈ ਵੀ ਉਸ ਸਮੇਂ ਦੇ ਉੱਤੇ ਕੀ ਸਾਨੂੰ ਸਮਝਾਉਂਦੇ ਸੀਗੇ। ਦੈਨ ਹੌਲੀ ਹੌਲੀ ਇੱਥੋਂ ਤੱਕ ਇਹੋ ਜਿਹੇ ਹਾਲਾਤ ਹੋ ਗਏ ਸੀਗੇ ਵੀ ਓਪਨਲੀ ਵਿਚਰਨਾ ਵੀ ਬਹੁਤ ਘੱਟ ਹੋ ਗਿਆ। ਕਿੰਨੇ 1.5 ਮਹੀਨੇ ਬਾਅਦ ਮੈਂ ਆਪਣੇ ਮਦਰ ਨੂੰ ਮਿਲੀ ਹੋਣੀ ਆ। ਬਾਅਦ ਵਿੱਚ ਇਹ ਸਾਰਾ ਕੁਝ ਹੋਣ ਦੇ ਬਾਅਦ 1.5 ਮਹੀਨੇ ਬਾਅਦ ਮੈਨੂੰ ਪਤਾ ਲੱਗਾ ਕਿ ਹਾਂ ਮੇਰੇ ਮਦਰ ਬਚੇ ਆ, ਮੇਰੀ ਛੋਟੀ ਸਿਸਟਰ ਹੈਗੀ। ਹਾਂਜੀ, 1.5 ਮਹੀਨੇ ਬਾਅਦ ਹੌਲੀ ਹੌਲੀ ਜਦੋਂ ਉਹਨਾਂ ਨੂੰ ਮਿਲੇ ਤੇ ਫਿਰ ਸਮਝ ਆਈ ਕਿ ਨਹੀਂ ਹੁਣ ਤਾਂ ਸਿਰਫ ਇਹੀ ਰਹਿ ਗਏ ਆ, ਫਾਦਰ ਸਾਹਿਬ ਇਜ਼ ਮਿਸਿੰਗ, ਉਹ ਨਹੀਂ ਹੈਗੇ। ਤੇ ਬਹੁਤ ਸਾਰੀਆਂ ਸਿਚੁਏਸ਼ਨਸ ਆ ਜਿਨ੍ਹਾਂ ਨੂੰ ਅਸੀਂ ਮਤਲਬ ਬਿਆਨ ਨਹੀਂ ਕਰ ਬੋਲ ਕੇ ਵੀ ਬਿਆਨ ਕਰਨਾ ਇਟਸ ਵੈਰੀ ਡਿਫਿਕਲਟ। ਬਿਲਕੁਲ ਬਿਲਕੁਲ, ਕਿਉਂਕਿ ਸਮਾਂ ਜਿਹੜਾ ਹੁੰਦਾ ਨਾ, ਇਸ ਸਮੇਂ ਦੇ ਨਾਲ ਉਹ ਕਹਿੰਦੇ ਹੁੰਦੇ ਵੀ ਜ਼ਖਮ ਤਾਂ ਭਰ ਜਾਂਦੇ ਪਰ ਨਿਸ਼ਾਨ ਜਿਹੜੇ ਉਸੇ ਤਰ੍ਹਾਂ ਹੀ ਰਹਿ ਜਾਂਦੇ ਆ। ਪਰ ਜਿਹੜਾ ਸਮਾਂ ਹੁੰਦਾ ਵਾ, ਸਮੇਂ ਦੇ ਨਾਲ ਨਾਲ ਕੁਝ ਲੋਕ ਤਾਂ ਬਦਲ ਜਾਂਦੇ ਆ। ਕੁਝ ਉਹਨਾਂ ਸ਼ਹੀਦਾਂ ਨੂੰ ਅੱਜ ਵੀ ਸਮਾਂ ਇੰਨਾ ਬਤੀਤ ਹੋ ਗਿਆ, ਜਾਂ ਕਹਿ ਲਓ ਸੰਘਰਸ਼ ਇੱਕ ਆਪਾਂ ਕਹਿ ਸਕਦੇ ਪੁਆਇੰਟ 0 ਤੇ ਪਹੁੰਚ ਗਿਆ, ਪਰ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਸੀ ਉਹਨਾਂ ਦੇ ਉੱਤੇ ਕਈ ਪਰਿਵਾਰ ਅੱਜ ਵੀ ਚੱਲ ਰਹੇ ਨੇ, ਆਪਣੇ ਸ਼ਹੀਦ ਸਿੰਘਾਂ ਦੇ ਉਹਨਾਂ ਦੇ ਦੱਸੇ ਹੋਏ ਰਸਤੇ ਨੂੰ ਲੈ ਕੇ ਚੱਲ ਰਹੇ ਨੇ। ਇਸੇ ਬਾਬਤ ਇੱਕ ਤੁਸੀਂ ਕਿਤਾਬ ਲਿਖੀ ਸੀਗੀ ਜੀ, ਇਹ ਰੁਤਬੇ ਲਹੂ ਬਹਾ ਕੇ ਲਈ। ਉਹ ਕਿਤਾਬ ਦੇ ਬਾਰੇ ਥੋੜੀ ਜਿਹੀ ਤੁਸੀਂ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ ਕਿ ਉਹ ਲਿਖਣ ਦਾ ਆਈਡੀਆ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਸੀਗਾ? ਹਾਂ ਬਿਲਕੁਲ, ਜਦੋਂ ਹੌਲੀ ਹੌਲੀ ਥੋੜੀ ਸਮਝ ਲੱਗਣ ਲੱਗੀ ਬਈ ਇਹ ਕਿੱਡਾ ਵੱਡਾ ਸੰਘਰਸ਼ ਸੀ, ਕਿੱਡੀ ਵੱਡੀ ਲੜਾਈ ਸੀ ਸੈਂਟਰ ਸਰਕਾਰ ਦੇ ਨਾਲ, ਗਵਰਨਮੈਂਟ ਦੇ ਨਾਲ, ਤੇ ਬੜੀ ਵੱਡੀ ਗੱਲ ਸੀਗੀ। ਤਾਂ ਮੇਰੇ ਮਦਰ ਉਸ ਸਮੇਂ ਦੇ ਉੱਤੇ ਉਹਨਾਂ ਨੇ ਸਾਨੂੰ ਜਿਹੜਾ ਉਹ ਬਿਖੜਾ ਪੈਂਡਾ ਅਸੀਂ ਤੈਅ ਕੀਤਾ ਨਾ, ਉਹ 10 ਸਾਲਾਂ ਦਾ 12 ਸਾਲਾਂ ਦਾ ਟਿਲ ਨਾਓ ਇਟ ਇਜ਼ ਨਾਓ, ਪਰ ਉਦੋਂ ਤਾਂ ਜ਼ਿਆਦਾ ਹੀ ਕੁਝ ਸੀਗਾ। ਮਾਹੌਲ ਵੀ ਇੱਦਾਂ ਦੇ ਸੀਗੇ, ਤੁਹਾਨੂੰ ਸਮਝ ਸਕਦੇ ਹੋ ਕਿ ਪੰਜਾਬ ਦੇ ਮਾਹੌਲ ਉਦੋਂ ਇਮੀਡੀਏਟਲੀ ਬਾਅਦ 'ਚ ਕਿਸ ਤਰ੍ਹਾਂ ਦੇ ਬਣੇ। ਤਾਂ ਉਸ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੇ ਸਾਨੂੰ ਸਿਕਿਉਰ ਕਰਕੇ ਰੱਖਿਆ, ਪਰ ਹੌਲੀ ਹੌਲੀ ਮੈਂਟਲੀ ਸਾਨੂੰ ਇਸ ਚੀਜ਼ ਲਈ ਉਹ ਤਿਆਰ ਵੀ ਕਰਦੇ ਸੀਗੇ ਵੀ ਕਿਸੇ ਸਮੇਂ ਵੀ ਜੇ ਸਾਨੂੰ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ। ਮੈਂ ਵੱਡੀ ਸੀ, ਥੋੜੀ ਮੈਨੂੰ ਸਮਝ ਆਉਂਦੀ ਸੀਗੀ। ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਦੇਖ ਕੇ ਕੁਛ ਅਸੀਂ ਆਪਣੇ ਫਾਦਰ ਸਾਹਿਬ ਨੂੰ ਵੀ ਦੇਖਿਆ ਸੀਗਾ ਵਿਚਰਦਿਆਂ, ਕਿ ਉਹਨਾਂ ਦਾ ਡੇਲੀ ਦਾ ਸ਼ਡਿਊਲ ਸੀ, ਕੀ ਉਹ ਕਰਦੇ ਸੀ। ਅਸੀਂ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ, ਕੁਝ ਦਿਨ ਉਹਨਾਂ ਕੋਲ ਰਹਿਣਾ, ਬੈਠਣਾ, ਗੱਲਾਂ ਸੁਣਨੀਆਂ, ਸਾਰਾ ਦੇਖਣਾ। ਫਿਰ ਹੌਲੀ ਹੌਲੀ ਬੀਇੰਗ ਅ ਡਾਟਰ, ਬਾਕੀ ਸਭ ਰਿਸ਼ਤੇ ਪਾਸੇ ਨਾ, ਤੇ ਉਹ ਇਮੋਸ਼ਨਸ ਨੇ ਸ਼ਬਦਾਂ ਦਾ ਰੂਪ ਲੈ ਲਿਆ। ਮੈਂ ਕਹੂੰਗੀ ਜਿਹੜੀ ਇਹ ਕਿਤਾਬ ਹੈ ਨਾ, ਉਹ ਸਿਰਫ ਮੇਰੀਆਂ ਭਾਵਨਾਵਾਂ ਨੇ ਉਹਦੇ ਵਿੱਚ, ਨਥਿੰਗ ਐਲਸ। ਉਹਦਾ ਕੋਈ ਮੋਟਿਵ ਨਹੀਂ ਸੀਗਾ ਵੀ ਮੈਂ ਇਹਨੂੰ ਇਦਾਂ ਕਰਾਂ। ਫਿਰ ਹੌਲੀ ਹੌਲੀ ਕਰਦੇ ਉਹ ਖਰੜਾ ਨਾ ਮੇਰੇ ਕੋਲ, ਮੈਂ ਆਈ ਯੂਜ਼ ਟੂ ਰਾਈਟ ਅ ਡਾਇਰੀ ਤੇ ਲਿਖਦੀ ਹੁੰਦੀ ਸੀ ਪਹਿਲਾਂ। ਮੈਂ ਜਦੋਂ ਮੈਂ ਸਟੂਡੈਂਟ ਸੀ, ਕੁਝ ਆਪਣੇ ਮਦਰ ਕੋਲੋਂ ਸੁਣਨਾ, ਦਾਦੀ ਜੀ ਕੋਲੋਂ ਸੁਣਨਾ, ਮੈਂ ਦੇਖਦੀ ਸੀ ਹੌਲੀ ਹੌਲੀ ਜਦੋਂ ਜਿਵੇਂ 84 ਤੋਂ ਬਾਅਦ ਜਿਵੇਂ ਸਿਚੁਏਸ਼ਨਸ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਸੀਗਾ, ਤੇ ਉਹ ਤਰਾਵਾਂ ਚੜਾਵਾਂ 'ਚ ਜਦੋਂ ਮੈਂ ਆਪਣੀ ਫੈਮਿਲੀ ਨੂੰ ਵੇਖਦੀ ਸੀ ਨਾ, ਮਦਰ ਨੂੰ, ਉਹ ਹਰ ਗੱਲ 'ਚ ਸਾਨੂੰ ਸਿਕਿਉਰ ਕਰਕੇ ਪਾਸੇ ਰੱਖਦੇ ਸੀਗੇ ਵੀ ਕਿਤੇ ਹਾਈਲਾਈਟ ਨਾ ਹੋ ਜਾਣ, ਜਾਂ ਕਿਤੇ ਬੱਚੇ ਕਿਸੇ ਹੋਰ ਬੰਨੇ ਨਾ, ਬਹੁਤ ਸਾਰੀਆਂ। ਤਾਂ ਉਹ ਮੈਨੂੰ ਇਹਨਾਂ ਚੀਜ਼ਾਂ ਨੇ ਇੰਸਪਾਇਰ ਕੀਤਾ ਟੂ ਰਾਈਟ ਸਮਥਿੰਗ। ਤੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਉਹ ਖਰੜਾ ਕਾਫੀ ਬੰਦਾ ਇੱਕ ਫਾਈਲ ਦੇ ਰੂਪ 'ਚ ਮੇਰੇ ਕੋਲ ਤਿਆਰ ਹੋ ਗਿਆ ਜੀ। ਇੰਨੇ ਚਿਰ ਨੂੰ 25 ਈਅਰਸ ਹੌਲੀ ਹੌਲੀ ਹੋ ਗਏ। 84 ਦੇ 25 ਈਅਰਸ ਜਦੋਂ ਹੋ ਗਏ ਤਾਂ ਇਹਨਾਂ ਨੇ ਜਦੋਂ ਮੇਰੇ ਮਨ ਦੇ ਵਿੱਚ ਆਏ ਕਿ ਕਿਉਂ ਨਾ ਇਸ 25 ਈਅਰਸ ਦੇ ਉੱਤੇ ਸਾਡੇ ਕੁਝ ਫਰਜ਼ ਬਣਦੇ ਨੇ ਕਿ ਜੋ ਕੁਝ ਮੈਂ ਲਿਖਿਆ ਇਹਨਾਂ ਨੂੰ ਕਿਤਾਬ ਦਾ ਰੂਪ ਦੇ ਦੇਣਾ ਚਾਹੀਦਾ, ਸੋ ਦੈਟ ਇਹ ਮੇਰੇ ਤੋਂ ਇਲਾਵਾ ਕਿ ਸਾਰੀ ਸੰਗਤ ਤੱਕ ਪਹੁੰਚੇ, ਸਾਰੇ ਤੱਕ ਜੋ ਵੀ ਚਾਹੁੰਦੇ ਇਹਨੂੰ ਪੜ੍ਹਨ ਉਹਨਾਂ ਨੂੰ ਪਤਾ ਲੱਗੇ ਵੀ ਇਹਦੇ ਵਿੱਚ ਕੀ ਹੈ। ਸੋ ਉਹ ਜਿੰਨੀਆਂ ਵੀ ਮੇਰੀਆਂ ਫੀਲਿੰਗਸ ਆ ਇਸ ਕਿਤਾਬ ਦੇ ਵਿੱਚ। ਫਿਰ ਮੈਂ ਇੱਕ ਸ਼ੇਅਰ ਪੜ੍ਹਿਆ ਸੀਗਾ ਜਿਹਦੇ ਵਿੱਚ ਲਾਸਟ ਲਾਈਨਸ ਸੀਗੀ, ਬਰਾਏ ਕੌਮ ਇਹ ਰੁਤਬੇ ਲਹੂ ਬਹਾ ਕੇ ਲਈ, ਇਟ ਟਚਿਜ਼ ਮਾਈ ਹਾਰਟ।
ਇਹਨਾਂ ਨੇ ਮੇਰੇ ਦਿਲ ਤੇ ਬਹੁਤ ਇਹ ਮੈਨੂੰ ਬੜੇ ਕਲੋਜ਼ ਲੱਗੇ ਆਪਣੇ ਇਹ ਸ਼ਬਦ। ਮੈਂ ਉਹ ਟਾਈਟਲ ਕਿਤਾਬ ਦਾ ਰੱਖਿਆ, ਬੁੱਕ ਦਾ ਬਣਾਤਾ, ਇਹ ਰੁਤਬੇ ਲਹੂ ਬਹਾ ਕੇ ਲਈ। ਬਿਲਕੁਲ। ਤਾਂ ਉਹਦੇ ਵਿੱਚ ਮੈਂ ਜਿੰਨੀਆਂ ਵੀ ਮੇਰੀਆਂ ਫੀਲਿੰਗਸ ਸੀਗੀਆਂ ਪਰਸਨਲ ਸੀ, ਜਾਂ ਪੁੱਛ ਕੇ ਉਹਨਾਂ ਦਾ ਬਚਪਨ ਤੋਂ ਲੈ ਕੇ ਸਿਸਟਮੈਟਿਕਲੀ ਜੋ ਵੀ ਸ਼ੁਰੂ ਕਰਕੇ ਫਿਰ ਮੈਂ ਬੁੱਕ ਦੇ ਵਿੱਚ ਉਤਾਰਿਆ। ਤਾਂ ਅਸੀਂ 25 ਇਅਰਸ ਤੇ ਫਿਰ ਉਹ ਪਬਲਿਸ਼ ਕਰਾਈ। ਮੇਰੇ ਬ੍ਰਦਰ ਨੇ ਬੜਾ ਮੈਨੂੰ ਉਸ ਚੀਜ਼ ਦੇ ਵਿੱਚ ਕਿਹਾ ਕਿ ਨਹੀਂ, ਆਪਾਂ ਨੂੰ ਪਬਲਿਸ਼ ਕਰਾਉਣੀ ਚਾਹੀਦੀ ਆ, ਜੋ ਵੀ ਤੂੰ ਲਿਖਿਆ ਇਹਨੂੰ ਬਾਹਰ ਕੱਢਣਾ ਚਾਹੀਦਾ। ਤੇ ਟਿਲ ਨਾਓ ਆਈ ਐਮ ਰਾਈਟਿੰਗ, ਕੁਛ ਨਾ ਕੁਛ ਲਿਖਦੇ ਰਹੀਦਾ ਉਹਨਾਂ ਦੀ ਯਾਦ ਵਿੱਚ। ਮਤਲਬ ਉਹਨਾਂ ਦੀ ਯਾਦ ਵਿੱਚ ਕੁਛ ਲਿਖ ਕੇ ਮੈਨੂੰ ਲੱਗਦਾ ਹੈ ਕਿ ਆਈ ਐਮ ਡੂਇੰਗ ਮਾਈ ਡਿਊਟੀ। ਇਹ ਮੇਰੀ ਡਿਊਟੀ ਆ, ਫਰਜ਼ ਬਣਦਾ। ਮੈਂ ਉਹਨਾਂ ਦੇ ਘਰ ਵਿੱਚ ਜਨਮ ਲਿਆ, ਉਹਨਾਂ ਦਾ ਨਾਮ ਦੇ ਨਾਲ ਕਰਕੇ ਸਾਨੂੰ ਦੁਨੀਆ ਦੇ ਵਿੱਚ ਸਿੱਖ ਸੰਗਤ ਇੰਨਾ ਮਾਨ ਸਨਮਾਨ ਦਿੰਦੀ ਆ, ਇੱਥੇ ਪਹੁੰਚੇ ਆ ਇੰਨੇ। ਤੇ ਉਹ ਇਹ ਮੇਰੀਆਂ ਫੀਲਿੰਗਸ ਆ ਜਿਹੜੀਆਂ ਮੈਂ ਸਮਝਦੀ ਕਿ ਮੇਰੀ ਡਿਊਟੀ ਵੀ ਆ ਨਾਲ, ਕਿ ਮੈਂ ਉਸ ਕਿਤਾਬ ਦੇ ਵਿੱਚ ਉਹਨਾਂ ਦੇ ਬਾਰੇ ਕੁਝ ਲਿਖਿਆ। ਬਿਲਕੁਲ, ਕਿਉਂਕਿ ਜਦੋਂ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਕਿ 4 ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸ਼ਾਇਦ ਉਹੀ 1000 ਜਦੋਂ ਉਹਨਾਂ ਨੇ ਕਿਹਾ ਸੀ ਤੇ ਉਹੀ 1000 ਭਾਈ ਅਮਰੀਕ ਸਿੰਘ ਜੀ, ਸੰਤ ਜਰਨੈਲ ਸਿੰਘ ਜੀ, ਜਾਂ ਹੋਰ ਵੀ ਜਿੰਨੇ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜਿੰਦਾ ਵਰਗੇ, ਇਹ ਉਹੀ 1000 ਜਿਹੜੇ ਉਹਨਾਂ 4 ਸਾਹਿਬਜ਼ਾਦਿਆਂ ਤੋਂ ਬਾਅਦ ਜੀਵਤ ਹੋਏ ਸੀ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਪੁੱਤਰ ਸਪੁੱਤਰ ਕਹਿ ਕੇ ਸਨਮਾਨਿਤ ਕੀਤਾ ਸੀ। ਜਦੋਂ ਭਾਈ ਅਮਰੀਕ ਸਿੰਘ ਜੀ ਹੋਣਾ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਮੁਲਾਕਾਤ ਹੋਣ ਤੋਂ ਬਾਅਦ ਜਦੋਂ ਸੰਤਾਂ ਨੂੰ 14ਵੇਂ ਮੁਖੀ ਥਾਪਿਆ ਗਿਆ, ਉਹਦੇ ਬਾਰੇ ਥੋੜ੍ਹੀ ਜਿਹੀ ਦਰਸ਼ਕਾਂ ਨਾਲ ਤੁਸੀਂ ਜ਼ਰੂਰ ਸਾਂਝੀ ਉਹ ਜਿਹੜੀ ਵਾਰਤਾਲਾਪ ਆਪਸ ਵਿੱਚ ਹੋਏ ਭਾਈ ਅਮਰੀਕ ਸਿੰਘ ਜੀ ਹੋਣਾ ਦੇ ਸੰਤਾਂ ਬਾਰੇ, ਉਹਦੇ ਬਾਰੇ ਥੋੜ੍ਹੀ ਜਿਹੀ ਜ਼ਰੂਰ ਜਾਣਕਾਰੀ ਦੇ। ਐਕਚੁਅਲੀ ਮੇਰਾ ਜਨਮ ਤਾਂ ਹੋਇਆ ਉਸ ਤੋਂ ਬਾਅਦ ਵਿੱਚ ਹੋਇਆ, ਜਦੋਂ ਸੰਤ ਜਰਨੈਲ ਸਿੰਘ ਨੂੰ ਦਸਤਾਰ ਮਿਲੀ ਹੈ। ਸੰਤ ਅਨਫੋਰਚੂਨੇਟਲੀ ਮੈਂ ਸੰਤ ਕਰਤਾਰ ਸਿੰਘ ਹੋਣਾ ਦੀ ਪੋਤੀ, ਸਭ ਤੋਂ ਵੱਡੀ ਪੋਤੀ ਤਾਂ ਮੈਂ ਹਾਂ, ਪਰ ਇਹ ਸ਼ਾਇਦ ਕੋਈ ਕਰਮਾਂ ਦੇ ਵਿੱਚ ਢਿੱਲ ਰਹਿ ਗਈ ਕਿ ਮੈਂ ਉਹਨਾਂ ਦੀ ਗੋਦੀ ਦਾ ਆਨੰਦ ਨਹੀਂ ਮਾਣ ਸਕੀ, ਉਹਨਾਂ ਦਾ ਪਿਆਰ ਨਹੀਂ ਲੈ ਸਕੀ। ਮੇਰਾ ਜਨਮ ਉਹਨਾਂ ਤੋਂ ਬਾਅਦ 'ਚ ਹੋਇਆ, ਪਰ ਕਿਉਂਕਿ ਮੇਰੇ ਗ੍ਰੈਂਡ ਮਦਰ ਅਕਸਰ ਇਹੋ ਜਿਹੀਆਂ ਘਰ ਦੇ ਵਿੱਚ ਵਿਚਾਰਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਸੀ, ਜੋ ਉਹਨਾਂ ਤੋਂ ਸੁਣਿਆ ਮੈਂ ਉਹੀ ਬਿਆਨ ਕਰ ਸਕਦੀ ਹਾਂ, ਕਿਉਂਕਿ ਮੈਂ ਆਈ ਵਿਟਨੈਸ ਤਾਂ ਸੀ। ਉਹਦੇ ਵਿੱਚ ਇਹ ਸੀਗਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਮੇਰੇ ਫਾਦਰ ਸਾਹਿਬ ਦਾ ਬਹੁਤ ਪਿਆਰ ਪਹਿਲਾਂ ਤੋਂ ਵੀ ਸੀਗਾ। ਇਹ ਜਿਵੇਂ ਕਿ ਕਹਿੰਦੇ ਨਾ ਕਿ ਧੁਰੋਂ ਹੀ ਆਈਆਂ ਹੁੰਦੀਆਂ ਇਹ ਰੂਹਾਂ ਤੇ ਇੱਕੋ ਸਿੱਕੇ ਦੇ ਦੋ ਪਹਿਲੂ, ਹਨਾ। ਕੋਈ ਗੁਰੂ ਮਹਾਰਾਜ ਵੱਲੋਂ, ਅਕਾਲ ਪੁਰਖ ਵੱਲੋਂ ਕੋਈ ਮੋਟਿਵ ਸੀਗਾ, ਇਹਨਾਂ ਦੀ ਕੋਈ ਡਿਊਟੀ ਸੀ ਜੀ ਇਕੱਠਿਆਂ ਨਹੀਂ, ਤਾਂ ਇਹਨਾਂ ਦਾ ਆਪਸੀ ਪਿਆਰ ਪਹਿਲਾਂ ਤੋਂ ਹੀ ਬਹੁਤ ਸੀਗਾ। ਮੈਨੂੰ ਮੈਂ ਆਪਣੀ ਬੁੱਕ ਵਿੱਚ ਵੀ ਲਿਖਿਆ, ਮੈਂ ਦੱਸਦੇ ਹੁੰਦੇ ਸੀ ਮੇਰੇ ਮਦਰ ਵੀ, ਕਿ ਜਦੋਂ ਮੇਰੇ ਫਾਦਰ ਸਾਹਿਬ ਖਾਲਸਾ ਕਾਲਜ ਦੇ ਸਟੂਡੈਂਟ ਸੀਗੇ, ਤਾਂ ਉਦੋਂ ਮਗਰ ਸੰਤ ਜਰਨੈਲ ਸਿੰਘ ਹੋਣਾ ਨੇ ਜਦੋਂ ਵੀ ਕਿਤੇ ਲਾਗੇ ਸੰਤਾਂ ਦਾ ਜੱਥਾ ਆਉਣਾ, ਉੱਥੋਂ ਸੰਤਾਂ ਤੋਂ ਛੁੱਟੀ ਲੈ ਕੇ ਕੁਝ ਆਪਣੇ ਤਿਆਰ ਕਰਾਉਣਾ, ਨਾਲ ਛਕਣ ਛਕਾਉਣ ਲਈ, ਤੇ ਹੋਸਟਲ ਆ ਜਾਣਾ ਮੇਰੇ ਫਾਦਰ ਸਾਹਿਬ ਨੂੰ ਮਿਲਣ। ਫਿਰ ਉੱਥੇ ਨਾਲੇ ਬੈਠ ਕੇ ਛਕਣਾ ਇਹਨਾਂ ਨੇ ਇਕੱਠੇ, ਜਿਵੇਂ ਘਰੋਂ ਕੋਈ ਪਿੰਨੀਆਂ ਲੈ ਜਾਂਦੀਆਂ, ਜਾਂ ਜਿਵੇਂ ਆਪਾਂ ਬੱਚਿਆਂ ਨੂੰ ਮਿਲਣ ਜਾਂਦੇ ਜਾਂ ਕਿਸੇ ਨੂੰ ਮਿਲਣ ਜਾਂਦੇ ਹਾਂ ਹੋਸਟਲ ਦੇ ਵਿੱਚ ਨਾ, ਤੇ ਨਾਲੇ ਛਕਣਾ ਤੇ ਨਾਲੇ ਵਿਚਾਰਾਂ ਕਰਨੀਆਂ। ਤੇ ਮੇਰੇ ਫਾਦਰ ਸਾਹਿਬ ਨੂੰ ਸਾਰਾ ਦੱਸਣਾ ਕਿ ਅੱਜ ਇੱਥੇ ਜੱਥਾ ਗਿਆ, ਉੱਥੇ ਅਸੀਂ ਇੰਨੇ ਦਿਨ ਕਥਾ ਕੀਤੀ ਸੰਤਾਂ ਨੇ, ਉੱਥੇ ਆਹ ਦੱਸਿਆ ਕਥਾ ਦੇ ਵਿੱਚ, ਹੁਣ ਲੜੀਵਾਰ ਕਥਾ ਆਹ ਚੱਲ ਰਹੀ ਆ, ਹੁਣ ਆਹ ਸਿਚੁਏਸ਼ਨ ਆ, ਹੁਣ ਆਹ ਸਿਚੁਏਸ਼ਨ ਆ, ਮਤਲਬ ਡੂੰਘੀਆਂ ਵਿਚਾਰਾਂ ਕਰਨੀਆਂ। ਫਿਰ ਉਹਨਾਂ ਨੇ ਕਈ ਵਾਰੀ ਕਿੰਨੇ ਦਿਨ ਇਕੱਠੇ ਰਹਿਣਾ ਵੀ। ਬੜਾ ਪ੍ਰੇਮ ਸੀ, ਬਹੁਤ ਪਿਆਰ ਸੀਗਾ ਆਪਸ ਦੇ ਵਿੱਚ। ਫਿਰ ਉਸ ਤੋਂ ਬਾਅਦ ਵਿੱਚ ਤੁਹਾਨੂੰ ਸ਼ਾਇਦ ਮੈਂ ਅੱਜ ਡਿਸਕਲੋਜ਼ ਕਰਨਾ ਚਾਹੂੰਗੀ ਇੱਥੇ ਕਿ ਮੇਰੇ ਫਾਦਰ ਸਾਹਿਬ ਜਦੋਂ ਸਟੂਡੈਂਟ ਸੀਗੇ ਖਾਲਸਾ ਕਾਲਜ ਦੇ, ਤੇ ਘਰ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਆ ਉਹ ਮੱਚ ਬੈਟਰ ਨਹੀਂ ਸੀ। ਉਦੋਂ ਜਿਹੜੀਆਂ ਮਿਡਲ ਕਲਾਸ ਫੈਮਿਲੀਜ਼ ਸੀਗੀਆਂ ਨਾ, ਕਿਉਂਕਿ ਸੰਤ ਜਿਹੜੇ ਸੀ, ਸੰਤਾਂ ਨੇ ਕਦੀ ਇਸ ਚੀਜ਼ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਮੇਰੇ ਬੱਚਿਆਂ ਨਾਲ ਕੀ ਹਿੱਸੇ ਆਉਂਦਾ, ਕੀ ਖਾਂਦੇ, ਕੀ ਕਰਦੇ, ਕਿ ਨੈਵਰ। ਤੇ ਮੇਰੇ ਦਾਦੀ ਜੀ ਜਿਹੜੇ ਸੀਗੇ, ਉਹਨਾਂ ਨੂੰ ਇਹ ਸੀਗਾ ਕਿ ਮੇਰਾ ਵੱਡਾ ਬੇਟਾ ਪੜ੍ਹੇ ਜ਼ਰੂਰ, ਜੇ ਪੜ੍ਹੇਗਾ ਤੇ ਅਫਸਰ ਬਣੇਗਾ ਤੇ ਥੋੜੀ ਜਿਹੀ ਹੁੰਦਾ ਜੋ ਮਦਰ ਤੇ ਹਾਂ ਜੋ ਹਰ ਇੱਕ ਮਦਰ ਦਾ ਸੁਪਨਾ ਹੁੰਦਾ। ਤੇ ਜਦੋਂ ਖਾਲਸਾ ਕਾਲਜ ਦੀ ਪੜ੍ਹਾਈ ਉਹ ਵੀ ਹੋਸਟਲ ਦੇ ਵਿੱਚ ਰਹਿ ਕੇ ਕਰਨੀ, ਤਾਂ ਉਹ ਥੋੜਾ ਜਿਹਾ ਔਖਾ ਹੋ ਗਿਆ, ਹੱਥ ਤੰਗ ਹੋ ਗਿਆ। ਤੇ ਮੇਰੇ ਡੈਡੀ ਨੇ ਇਹ ਗੱਲ ਸੰਤਾਂ ਨਾਲ ਸ਼ੇਅਰ ਕੀਤੀ, ਸੰਤ ਜਰਨੈਲ ਸਿੰਘ ਹੋਣਾ ਨਾਲ, ਵੀ ਇੱਥੇ ਇੰਨਾ ਖਰਚਾ ਹੈ। ਉਹਨਾਂ ਨੇ ਇੱਕ ਕੰਮ ਹੋਰ ਕੀਤਾ ਕਿ ਉਦੋਂ ਹੋਸਟਲ ਦੇ ਚਾਰजेस ਨਾ ਲੱਗਣ, ਇਸ ਕਰਕੇ ਹੋਸਟਲ 'ਚ ਕਮਰੇ 'ਚ ਰਹਿਣ ਦੀ ਬਜਾਏ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਨਾ ਖਾਲਸਾ ਕਾਲਜ, ਉਹਦੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀਗੇ ਉੱਥੇ। ਹਾਂਜੀ, ਉੱਥੇ ਰਹਿੰਦੇ ਸੀ। ਤਾਂ ਸੰਤ ਬਾਬਾ ਜਰਨੈਲ ਸਿੰਘ ਇਹਨਾਂ ਦਾ ਬੜਾ ਕਲੋਜ਼ ਸੀਗੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ। ਜਦੋਂ ਇਹ ਗੱਲ ਉਹਨਾਂ ਨਾਲ ਸ਼ੇਅਰ ਕੀਤੀ ਤੇ ਸੰਤ ਜਰਨੈਲ ਸਿੰਘ ਨੇ ਬਾਬਾ ਠਾਰਾ ਸਿੰਘ ਨਾਲ ਆ ਕੇ ਸ਼ੇਅਰ ਕੀਤੀ। ਸੰਤਾਂ ਨੂੰ ਕੁਛ ਨਹੀਂ ਦੱਸਿਆ, ਸੰਤ ਕਰਤਾਰ ਸਿੰਘ ਨੇ ਇਸ ਬਾਰੇ ਕੁਛ ਨਹੀਂ ਦੱਸਿਆ ਵੀ ਇਸ ਤਰ੍ਹਾਂ ਕੋਈ ਪਰੇਸ਼ਾਨੀ ਆ ਜਾਂ ਕੋਈ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਆ ਜਾਂ। ਤਾਂ ਇਹਨਾਂ ਦੋਵਾਂ ਨੇ ਇਹ ਕਮਿਟਮੈਂਟ ਕੀਤੀ ਵੀ ਭਾਈ ਅਮਰੀਕ ਸਿੰਘ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ, ਜੋ ਮਰਜ਼ੀ ਹੋ ਜਾਵੇ ਜੀ, ਇਹਨੂੰ ਪੜ੍ਹਾਉਣਾ ਜ਼ਰੂਰ ਹੈ। ਇਹਨਾਂ ਨੇ ਕੀ ਕੀਤਾ, ਮੇਤੇ ਵਿਖੇ ਕੁਝ ਜ਼ਮੀਨ ਠੇਕੇ ਤੇ ਲਈ ਕਿਸੇ ਕਿਸਾਨ ਕੋਲੋਂ,
ਠੇਕੇ ਤੇ ਲੈ ਕੇ ਉਹਨੂੰ ਅੱਗੇ ਹਿੱਸੇ ਤੇ ਦੇ ਦਿੱਤਾ। ਅੱਛਾ ਜੀ। ਉਹਦੇ ਵਿੱਚੋਂ ਜਿਹੜੇ ਕੁਝ ਪੈਸੇ ਬਚਦੇ ਸੀਗੇ ਉਹ ਫਿਰ ਬਾਬਾ ਠਾਰਾ ਸਿੰਘ ਜੀ ਸੰਤ ਜਰਨੈਲ ਸਿੰਘ ਦੇ ਥਰੂ ਭਾਈ ਅਮਰੀਕ ਸਿੰਘ ਨੂੰ ਉੱਥੇ ਪਹੁੰਚਾਉਂਦੇ ਸੀਗੇ ਤਾਂ ਕਿ ਉਹ ਸਟੱਡੀ ਦੇ ਵਿੱਚ ਨਾ ਕੋਈ ਰੋਕ ਲੱਗ ਜਾਵੇ। ਕਹਿਣ ਤੋਂ ਭਾਵ ਕਿ ਇੰਨਾ ਜ਼ਿਆਦਾ ਆਪਸੀ ਜਿਹੜਾ ਉਹਨਾਂ ਦਾ ਸੀਗਾ, ਇੰਨਾ ਪਿਆਰ ਸੀ, ਇੰਨੀ ਆਪਸੀ ਨੇੜਤਾ ਸੀਗੀ, ਦਿਲਾਂ ਦੀ ਨੇੜਤਾ, ਰੂਹਾਂ ਦੀ ਨੇੜਤਾ ਜਿਹਨੂੰ ਆਪਾਂ ਕਹਿ ਸਕਦੇ ਨਾ, ਜੁੜੀਆਂ ਹੋਈਆਂ ਸੀਗੀਆਂ ਜੀ। ਤੇ ਜਦੋਂ ਸੰਤ ਕਰਤਾਰ ਸਿੰਘ ਜੀ ਅਚਾਨਕ ਉਹਨਾਂ ਦਾ ਇੰਨਾ ਵੱਡਾ ਗੁਰੂ ਮਹਾਰਾਜ ਦੀ ਉੱਤੋਂ ਸੁਨੇਹਾ ਆ ਗਿਆ, ਉਹ ਸੱਚਖੰਡ ਪਿਆਨਾ ਕਰ ਗਏ। ਤੇ ਮੇਰੇ ਮਦਰ ਉਦੋਂ ਨਾਲ ਸੀ ਜਦੋਂ ਸੰਤ ਕਰਤਾਰ ਸਿੰਘ ਹੋਣਾ ਦਾ ਲਾਸਟ ਐਕਸੀਡੈਂਟ ਹੋਇਆ। ਉਹ ਪਿੱਛੇ ਬੱਸ ਵਿੱਚ ਆ ਰਹੇ ਸੀਗੇ, ਸੰਤ ਅੱਗੇ ਸੀਗੇ, ਐਕਸੀਡੈਂਟ ਹੋ ਗਿਆ। ਬਾਅਦ 'ਚ ਕੁਛ ਦਿਨ ਹਸਪੀਟਲ ਰਹੇ ਤੇ ਸੰਤ ਜਰਨੈਲ ਸਿੰਘ ਗੜਵਈ ਸੀਗੇ, ਉਹਨਾਂ ਨੇ ਲਾਸਟ ਤੱਕ ਸਾਰੀ ਸੇਵਾ ਨਿਭਾਈ ਸੰਤ ਕਰਤਾਰ ਸਿੰਘ ਹੋਣਾ ਦੀ। ਲਾਸਟ ਜਦੋਂ ਉਹਨਾਂ ਦਾ ਆਇਆ ਕਿ ਉਹਨਾਂ ਦੇ ਪਿਆਨਾ ਕਰਨ ਤੋਂ ਬਾਅਦ ਹੁਣ ਦਸਤਾਰ ਦਾ ਮਸਲਾ ਹੈ, ਕੁਝ ਕੁ ਵਿੱਚੋਂ ਇਹ ਗੱਲ ਉੱਠੀ ਵੀ ਸੀਗੀ ਕਿ ਜਿਹੜੀ ਦਸਤਾਰ ਹੈ ਉਹ ਸੰਤ ਭਾਈ ਅਮਰੀਕ ਸਿੰਘ ਦੇ ਸਿਰ ਤੇ ਸਜਾਈ ਜਾਵੇ ਕਿ ਇਹ ਕਾਬਲ ਹੈ। ਇਹ ਗੱਲ ਹੋਈ ਸੀਗੀ। ਮੈਨੂੰ ਸਿੰਘ ਸਾਹਿਬ ਜਸਵੰਤ ਸਿੰਘ ਨੇ ਕਈ ਵਾਰੀ, ਉਹਨਾਂ ਨੇ ਕਈ ਸਟੇਜਸ ਤੋਂ ਵੀ ਬਚਨ ਕੀਤੇ ਨੇ, ਕਈ ਵਾਰੀ ਸਾਨੂੰ ਦੱਸਿਆ ਉਹਨਾਂ ਨੇ, ਕਹਿੰਦੇ ਕਿ ਉਹਨਾਂ ਨੂੰ ਕਿਸੇ ਸੰਪਰਦਾ ਦੇ ਮਹਾਂਪੁਰਸ਼ਾਂ ਨੇ ਕਿਹਾ ਵੀ ਸਾਡੀ ਗੱਲ ਨਹੀਂ ਮੰਨਦਾ ਭਾਈ ਅਮਰੀਕ ਸਿੰਘ, ਤੁਸੀਂ ਜਾ ਕੇ ਮਨਾਓ ਵੀ ਇਹ ਦਸਤਾਰ ਆਪਾਂ ਉਹਨਾਂ ਨੂੰ ਦੇ ਦਿਓ, ਉਹ ਹਰ ਤਰਫੋਂ ਇਹ ਦਸਤਾਰ ਦੇ ਕਾਬਲ ਨੇ। ਸਿੰਘ ਸਾਹਿਬ ਜਸਵੰਤ ਸਿੰਘ ਕਹਿੰਦੇ ਜੀ ਮੈਂ ਗਿਆ, ਭਾਈ ਅਮਰੀਕ ਸਿੰਘ ਖੜੇ ਸੀ, ਮੈਂ ਇਕੱਲੇ 'ਚ ਦੇਖਿਆ ਵੀ ਇਹਨਾਂ ਦਾ ਹੁਣ ਮਨ ਬਣਾਉਣਾ, ਮੈਂ ਜਾ ਕੇ ਇਕੱਲੇ ਬੈਠੇ ਨੇ। ਮੌਕਾ ਦੇਖ ਕੇ ਕਹਿੰਦੇ ਮੈਂ ਗੱਲ ਕੀਤੀ, ਮੈਂ ਭਾਈ ਅਮਰੀਕ ਸਿੰਘ ਨੂੰ ਕਿਹਾ ਵੀ ਮੈਂ ਤੁਹਾਡਾ, ਕਹਿੰਦੇ ਮੈਂ ਕਿਹਾ ਜੀ ਮੈਂ ਦੇਖੋ ਮੈਂ ਅਮਰੀਕ ਸਿੰਘ ਜੀ ਮੈਂ ਤੁਹਾਡਾ ਸ਼ਰੀਕੇ 'ਚ ਭਰਾ ਲੱਗਦਾ, ਉਮਰ 'ਚ ਵੀ ਤੁਹਾਡੇ ਤੋਂ ਵੱਡਾ, ਤੇ ਮੈਂ ਤੁਹਾਡਾ ਗੜਵਾ ਚੁੱਕਣ ਨੂੰ ਤਿਆਰ ਹਾਂ, ਤੁਹਾਡਾ ਕਸ਼ਹਿਰਾ ਪਰਨਾ ਚੁੱਕਣ ਨੂੰ ਤਿਆਰ ਹਾਂ, ਤੇ ਤੁਹਾਨੂੰ ਦਸਤਾਰ ਬੰਨ੍ਹਣ 'ਚ ਕੀ ਪ੍ਰੋਬਲਮ ਆ? ਤੁਸੀਂ ਕਿਉਂ ਨਹੀਂ ਬੰਨ੍ਹਦੇ? ਜਦੋਂ ਸਾਰੀਆਂ ਜਥੇਬੰਦੀਆਂ, ਸਾਰੀਆਂ ਸਿੱਖ ਸੰਪਰਦਾਵਾਂ, ਸੰਤ ਮਹਾਂਪੁਰਸ਼ ਕਹਿ ਰਹੇ ਆ, ਈਵਨ ਕਿ ਕੁਝ ਸੰਤ ਮਹਾਂਪੁਰਸ਼ ਵੀ ਆਏ ਕਹਿਣ। ਮੇਰੇ ਫਾਦਰ ਸਾਹਿਬ ਨੇ ਇੱਕਦਮ ਕਹਿੰਦੇ ਜੀ ਵੇਖੋ, ਮਹਾਂਪੁਰਸ਼ਾਂ ਨੂੰ ਹੱਥ ਜੋੜ ਕੇ ਕਿਹਾ ਜੀ ਮੈਂ ਤੁਹਾਡਾ ਸਪੁੱਤਰ ਆ, ਤੁਹਾਡਾ ਛੋਟਾ ਬੱਚਾ ਆ ਮੈਂ, ਤੁਸੀਂ ਮੇਰੇ ਸਤਿਕਾਰਯੋਗ ਹੋ ਸਾਰੇ, ਪਰ ਦਸਤਾਰ ਵਾਲੀ ਗੱਲ ਤੁਸੀਂ ਮੇਰੇ ਨਾਲ ਬਿਲਕੁਲ ਨਹੀਂ ਕਰਨੀ। ਇਸ ਗੱਲ ਤੇ ਮੇਰੀ ਪੂਰੀ ਨਾਰਾਜ਼ਗੀ ਹੈ, ਹੋਰ ਕੋਈ ਗੱਲ ਕਰੋ। ਦੋ ਟੁਕ ਜਵਾਬ ਦਿੱਤਾ ਉਹਨਾਂ ਨੇ ਜੀ। ਮਤਲਬ ਇੰਨਾ ਜ਼ਿਆਦਾ ਸਪਸ਼ਟ ਜਵਾਬ ਭਾਈ ਅਮਰੀਕ ਸਿੰਘ ਉਹਨਾਂ ਨੇ, ਮੇਰੇ ਫਾਦਰ ਸਾਹਿਬ ਨੇ ਦਿੱਤਾ ਕਿ ਕੁਝ ਸਮਾਂ ਉਹ ਮਹਾਂਪੁਰਸ਼ ਜਿਹੜੇ ਸੀ ਨਾਰਾਜ਼ ਰਹੇ ਇਸ ਗੱਲ ਤੋਂ ਵੀ ਤੂੰ ਸਾਡੀ ਆਇਆਂ ਦੀ ਗੱਲ ਵੀ ਨਹੀਂ ਸੁਣੀ ਤੇ ਸਾਨੂੰ ਸਪਸ਼ਟ ਹੀ ਜਵਾਬ ਦੇ ਦਿੱਤਾ। ਪਰ ਉਹਨਾਂ ਨੇ ਅੱਗੇ ਹੋ ਕੇ ਕਹਿੰਦੇ ਕਿ ਇਹ ਜ਼ਿੰਮੇਵਾਰੀ ਜਿਹੜੀ ਜੇ ਕੋਈ ਸਾਂਭ ਸਕਦਾ ਤੇ ਕੇਵਲ ਸੰਤ ਜਰਨੈਲ ਸਿੰਘ ਹੀ ਹੈ, ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ, ਇਸ ਦਸਤਾਰ ਦੇ ਕਾਬਲ ਹੀ ਨਹੀਂ ਹੈ ਉਹਨਾਂ ਨੇ। ਪਰ ਸੰਤ ਜਰਨੈਲ ਸਿੰਘ ਜਿਹੜੇ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਦਸਤਾਰ ਬੰਨ੍ਹਣ ਲੱਗੇਗੇ ਭਾਈ ਅਮਰੀਕ ਸਿੰਘ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਜਿਵੇਂ ਸਿੱਖ ਸੰਗਤ ਕਹਿੰਦੀ ਹੈ ਜੋ ਮਹਾਂਪੁਰਸ਼ਾਂ ਦਾ ਹੁਕਮ ਆ ਸਿਰ ਮੱਥੇ ਆ, ਪਰ ਮੈਂ ਜ਼ਿੰਮੇਵਾਰੀ ਤਾਂ ਹੀ ਨਿਭਾਊਂਗਾ ਜੇ ਤੁਸੀਂ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ। ਐਂਡ ਦਿਸ ਵਾਸ ਦਾ ਕਮਿਟਮੈਂਟ। ਆਈ ਥਿੰਕ ਦੇਖੋ ਉਹਨਾਂ ਨੇ ਇਹ ਜਿਹੜਾ ਬਚਨ ਸੀਗਾ ਖਾਲਸਿਆਂ ਵਾਂਗੂ ਪ੍ਰੈਕਟੀਕਲੀ ਲਾਸਟ ਤੱਕ ਨਿਭਾਇਆ। ਇਹ ਸਿਖਰ ਸੀਗਾ, ਇੱਕ ਪ੍ਰੋਮਿਸ ਦਾ ਸਿਖਰ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਕਮਿਟਮੈਂਟ ਦਾ ਸਿਖਰ ਸੀਗਾ। ਜੇ ਉਹਨਾਂ ਨੇ ਡਿਮਾਂਡ ਕੀਤੀ ਇਸ ਚੀਜ਼ ਦੀ ਤਾਂ ਉਹ ਸਾਥ ਜਿਹੜਾ ਐਂਡ ਤੱਕ ਨਾਲ ਹੀ ਨਿਭਿਆ। ਤੁਹਾਨੂੰ ਪਤਾ ਹੋਊਗਾ ਕਿ ਜਦੋਂ 6 ਜੂਨ ਨੂੰ ਲਾਸਟ ਆਰਮੀ ਅੰਦਰ ਐਂਟਰ ਕੀਤੀ ਹੈ, ਗੋਲੇ ਟੈਂਕਾਂ ਦੇ ਨਾਲ ਅੰਦਰ ਉਹਨਾਂ ਨੇ ਢਹਿ ਢੇਰੀ ਕਰ ਦਿੱਤਾ, ਤਾਂ ਸੰਤ ਜੀ ਨੇ, ਮੇਰੇ ਫਾਦਰ ਸਾਹਿਬ ਨੂੰ ਬਹੁਤ ਜ਼ੋਰ ਲਾਇਆ ਸੰਤਾਂ ਨੇ ਕਿ ਤੁਸੀਂ ਚਲੇ ਜਾਓ ਜੀ ਵੀ ਕੌਮ ਦੀ ਵਾਗਡੋਰ ਸੰਭਾਲਿਓ ਜਾ ਕੇ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਕੌਮ ਦਾ ਬੜਾ ਨੁਕਸਾਨ ਹੋ ਰਿਹਾ ਤੇ ਤੁਸੀਂ ਇੱਥੋਂ ਚਲੇ ਜਾਓ। ਭਾਈ ਅਮਰੀਕ ਸਿੰਘ ਕਹਿਣ ਲੱਗੇ ਨਹੀਂ ਜੀ, ਬਚਨ ਕੀਤਾ ਸੀ ਤੁਹਾਡੇ ਨਾਲ, ਉਹ ਬਚਨ ਤਾਂ ਹੁਣ ਨਾਲ ਹੀ ਨਿਭੇਗਾ ਤੇ ਮੈਂ ਇਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ। ਮਤਲਬ ਦੋਵੇਂ ਕਾਲੇ ਸੀਗੇ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਲਈ। ਦੇਖੋ ਇਹ ਕਿੱਡੀ ਵੱਡੀ ਗੱਲ ਹੈ ਕਿ ਜਿੱਥੇ ਦਮਦਮੀ ਟਕਸਾਲ ਇੱਕ ਧਾਰਮਿਕ ਪੱਖ ਸੀ, ਉੱਥੇ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਸੀ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਥਰੂ ਹੁੰਦੀ ਸੀ। ਜਿਹੜੇ ਦੋਵੇਂ ਸ਼ਕਤੀਆਂ ਨੇ ਰਲ ਕੇ ਸੰਘਰਸ਼ ਕੀਤਾ ਤਾਂ ਦੇਖੋ ਕਿੰਨੀਆਂ ਸੈਂਟਰ ਸਰਕਾਰ ਨੂੰ, ਗਵਰਨਮੈਂਟ ਨੂੰ ਕਿੰਨੀਆਂ ਭਾਜੜਾਂ ਪਈਆਂ, ਔਰ ਕਮਿਟਡ ਕਿ ਮੈਂ ਇਹਨੂੰ ਪ੍ਰੋਟੈਕਟ ਕਰਨਾ, ਉਹ ਕਹਿੰਦੇ ਸੀ ਮੈਂ ਇਹਨੂੰ ਪ੍ਰੋਟੈਕਟ ਕਰਨਾ। ਆਈ ਥਿੰਕ ਮੇਰਾ ਖਿਆਲ ਆ ਵੀ ਜਿਵੇਂ ਹੁਣ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਆ, ਪੰਦਰਵਾੜਾ ਚੱਲ ਰਿਹਾ, ਤੇ ਮੈਂ ਕਿਤੇ ਨਾ ਕਿਤੇ ਦੇਖਦੀ ਹੁੰਦੀ ਵੀ ਚਮਕੌਰ ਦੀ ਗੜੀ ਵਾਲਾ ਸਾਕਾ ਜਿਹੜਾ ਸਿੰਘਾਂ ਨੇ ਉਹ ਦੁਹਰਾਇਆ ਸੀ। ਅੱਜ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਸੀਂ ਪੰਦਰਵਾੜੇ ਮਨਾ ਰਹੇ ਹਾਂ। ਹਾਂਜੀ, ਤਾਂ ਮੈਨੂੰ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਵੀ ਇਹ ਇੱਕ ਕੰਪੈਰੀਜ਼ਨ ਜਿਹੜਾ ਬੜਾ ਪੋਜ਼ਿਟਿਵ ਆ। ਉਧਰੋਂ ਚਮਕੌਰ ਦੀ ਗੜੀ, ਕੁਝ ਮੁੱਠੀ ਭਰ ਸਿੰਘ ਸੀਗੇ, ਸੀਮਤ ਸਾਧਨ ਔਰ ਇੱਕ ਬਨੇ ਸਮੇਂ ਦੀ ਸਰਕਾਰ, ਔਰ ਇੱਥੇ ਵੀ ਮੁੱਠੀ ਭਰ ਸਿੰਘ, ਸੀਮਤ ਸਾਧਨ ਤੇ ਪਰ ਕਮਿਟਮੈਂਟ ਪੂਰੀ ਹੈ, ਜੋਸ਼ ਪੂਰਾ ਹੈ ਲਾਸਟ ਤੱਕ। ਇੱਕ ਦੂਜੇ ਨੂੰ ਕਹਿੰਦੇ ਵੀ ਨਹੀਂ ਤੁਸੀਂ ਜਾਓ, ਮੈਂ ਤੁਹਾਡੇ ਬਦਲੇ ਗੋਲੀਆਂ ਖਾਣ ਨੂੰ ਤਿਆਰ ਆ ਛਾਤੀ ਦੇ ਵਿੱਚ। ਬਿਲਕੁਲ ਜੀ, ਇਹ ਬੜੀ ਵੱਡੀ ਗੱਲ ਸੀ। ਸੇਮ ਉਵੇਂ ਛੋਟੇ ਸਾਹਿਬ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਨੇ ਵੀ ਕਿਹਾ ਪਹਿਲਾਂ ਮੈਂ ਜਾਣਾ। ਹਾਂਜੀ ਬਿਲਕੁਲ ਜੀ। ਸ਼ਾਇਦ ਇਹੀ ਇਸੇ ਕਰਕੇ ਆਪਾਂ ਅੱਗੇ ਜ਼ਿਕਰ ਕੀਤਾ ਕਿ ਜਿਹੜੇ ਮਹਾਰਾਜ ਨੇ ਕਿਹਾ ਸੀ 4 ਮੋਏ ਤੋਂ ਕਿਆ ਹੋਇਆ ਜੀਵਤ ਕਹੀ ਯਾਰ, ਇਹ ਉਹੀ
ਸੂਰਵੀਰ ਯੋਧੇ ਨੇ ਜਦੋਂ ਸੰਤ ਜਰਨੈਲ ਸਿੰਘ ਜੀ ਹੋਣਾ ਦੀ, ਭਾਈ ਅਮਰੀਕ ਸਿੰਘ ਜੀ ਹੋਣਾ ਦੀ ਸ਼ਹਾਦਤ ਤੋਂ ਬਾਅਦ ਉਹ ਸੰਘਰਸ਼ ਨੂੰ ਤੋੜਨ ਵੇਲੇ ਵੀ ਗੁਰੂ ਮਹਾਰਾਜ ਦੇ ਸਪੁੱਤਰ ਜਿਹੜੇ ਅੱਗੇ ਆਏ ਸੀ। ਇਹ ਇੱਕ ਜਿਹੜੀ ਤੁਸੀਂ ਗੱਲ ਸੁਣਾਈ ਹੈ, ਇਹ ਇੱਕ ਉਦਾਹਰਨ ਹੈ ਸਾਡੇ ਲੋਕਾਂ ਦੇ ਲਈ, ਸਾਡੀ ਪਨੀਰੀ ਲਈ, ਸਾਡੇ ਲਈ, ਵਿਸ਼ੇਸ਼ ਤੌਰ ਤੇ ਸਾਡੇ ਲੀਡਰਾਂ ਦੇ ਲਈ ਜਿਹੜੇ ਅੱਜ ਕੱਲ੍ਹ ਚੌਧਰਾਂ ਤੇ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਜਥੇਦਾਰੀਆਂ ਦੇ ਪਿੱਛੇ ਇੱਕ ਦੂਸਰੇ ਨੂੰ ਨੀਵਾਂ ਦਿਖਾ ਰਹੇ ਨੇ, ਲੱਤਾਂ ਖਿੱਚ ਰਹੇ ਨੇ, ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਨੇ, ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਨੇ। ਇਹਨਾਂ ਸੂਰਵੀਰ ਯੋਧਿਆਂ ਨੂੰ, ਕੌਮ ਦੇ ਜਿਹੜੇ ਮਹਾਨ ਸ਼ਹੀਦ ਸਾਡੇ ਹੋਏ ਨੇ, ਉਹਨਾਂ ਤੋਂ ਸੇਧ ਲੈਣ ਦੀ ਲੋੜ ਨੇ, ਜਿਨ੍ਹਾਂ ਨੇ ਇਹ ਸਾਰਾ ਕੁਝ ਪਾਸੇ ਰੱਖ ਦਿੱਤਾ ਸੀ। ਜਥੇਦਾਰੀਆਂ ਕਹਿ ਲਓ ਜਾਂ ਉੱਚ ਅਹੁਦੇ ਕਹਿ ਲਓ, ਉਹ ਪਾਸੇ ਰੱਖ ਕੇ ਕੌਮ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ। ਜੇ ਉਹ ਜਾਨਾਂ ਕੁਰਬਾਨ ਕੀਤੀਆਂ ਵੀ ਸਾਡੇ ਇੱਕ ਸੁਨਹਿਰੀ ਭਵਿੱਖ ਦੇ ਲਈ ਕੀਤੀਆਂ, ਜੇ ਅੱਜ ਸਾਡਾ ਸੁਨਹਿਰੀ ਭਵਿੱਖ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੇ ਸੁਪਨਾ ਦੇਖਿਆ ਸੀ, ਉਸ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਸਾਨੂੰ ਸੋਚਣਾ ਪੈਣਾ ਕਿ ਅਸੀਂ ਕਿੰਨਾ ਕੁ ਜ਼ੋਰ ਲਾ ਰਹੇ ਹਾਂ, ਅੱਜ ਅਸੀਂ ਕਿੱਥੇ ਖੜੇ ਹਾਂ। ਜਦੋਂ ਭਾਈ ਅਮਰੀਕ ਸਿੰਘ ਜੀ ਹੁਣੇ ਇਸ ਫੈਡਰੇਸ਼ਨ ਸ਼ੁਰੂ ਕੀਤੀ ਸੀ ਤਾਂ ਬੜੇ ਵੱਡੇ ਲੋਕ ਇਸ ਫੈਡਰੇਸ਼ਨ ਆਏ ਵੀ, ਤੇ ਉਹ ਜਦੋਂ ਆਪਾਂ ਕਹਿੰਦੇ ਕਿ ਸਮਾਂ, ਜਦੋਂ ਸਮੇਂ ਦੇ ਨਾਲ ਕਈ ਬਦਲ ਵੀ ਗਏ, ਅੱਜ ਕਈ ਸਰਕਾਰਾਂ ਦੇ ਵੀ ਹੱਥ ਟੋਕੇ ਬਣੇ ਹੋਏ ਨੇ ਬਹੁਤ ਸਾਰੇ, ਤੇ ਉਹ ਇਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦਾ ਨਾਮ ਲੈ ਕੇ ਅੱਜ ਇਸ ਅਹੁਦਿਆਂ ਦੇ ਪਹੁੰਚੇ ਆ, ਉਹ ਵੀ ਕਿਤੇ ਨਾ ਕਿਤੇ ਨਾ ਯੂਜ਼ ਕਰਕੇ ਪਹੁੰਚ ਗਏ ਨੇ, ਪਰ ਅੱਜ ਸਰਕਾਰਾਂ ਦੇ ਹੱਥ ਟੋਕੇ ਬਣੇ ਨੇ। ਤੁਹਾਨੂੰ ਇਹ ਸਾਰਾ ਦੇਖ ਕੇ, ਕਿਉਂਕਿ ਤੁਸੀਂ ਸਾਰਾ ਕੁਝ ਵਿਚਰੇ, ਤੁਹਾਨੂੰ ਕਿ ਲੱਗਦਾ ਨਹੀਂ ਵੀ ਇਹ ਸਾਰਾ ਕੁਝ ਬੜਾ ਕੌਮ ਦੀ ਇੱਕ ਢੂਈ ਦੇ ਵਿੱਚ ਇਹਨਾਂ ਨੇ ਸ਼ੂਰਾ ਖੋਭ ਦਿੱਤਾ? ਨਹੀਂ, ਡੈਫੀਨੇਟਲੀ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਜਿਹੜੇ ਤੁਸੀਂ ਸਟੇਟਮੈਂਟ ਦਿੱਤੀ ਹੈ ਕਿ ਕੌਮ ਦੀ ਢੂਈ ਦੇ ਵਿੱਚ ਇਹਨਾਂ ਨੇ ਸ਼ੂਰਾ ਖੋਭ ਦਿੱਤਾ। ਪਰ ਜਿਹੜੀ ਮੇਰੀ ਸੋਚ ਆ, ਹਰ ਇੱਕ ਦੀ ਸੋਚ ਵੱਖਰੀ ਹੋ ਸਕਦੀ, ਵਿਊਜ਼ ਵੱਖਰੇ ਹੋ ਸਕਦੇ ਆ, ਵੀ ਇਹ ਕੌਮ ਬਾਜਾਂ ਵਾਲੇ ਦੀ ਹੈ, ਇਹ ਗੁਰੂ ਮਹਾਰਾਜ ਦੀ ਕੌਮ ਹੈ। ਇਹ ਨਹੀਂ ਪਤਾ ਲੱਗਣਾ ਵੀ ਇਹ ਸ਼ੁਰਾ ਨਿਕਲ ਕੇ ਕਿਹੜੇ ਵੇਲੇ ਆਪਣੀ ਢੂਈ 'ਚ ਠੁੱਕ ਗਿਆ। ਠੀਕ ਹੈ, ਇਹ ਸੋ ਕਈ ਵਾਰੀ ਦੁੱਖ ਬਹੁਤ ਹੁੰਦਾ ਕਿ ਦੇਖੋ ਕਿੱਥੋਂ ਚੱਲੇ ਸੀ, ਕਿੱਥੇ ਆਏ, ਕਿੰਨਾ ਕੁਛ ਤਿਆਗਿਆ, ਕਿੰਨਾ ਕੁਛ ਗਵਾ ਲਿਆ। ਕੌਮ ਦੇ ਉਹ ਹੀਰੇ ਵਾਪਸ ਨਹੀਂ ਆ ਸਕਦੇ, ਉਸ ਲੈਵਲ ਦਾ ਲੀਡਰ ਨਹੀਂ ਮਿਲ ਸਕਦੇ, ਉਸ ਲੈਵਲ ਦੇ ਸਿੰਘ ਨਹੀਂ ਹੁਣ ਮਿਲ ਸਕਦੇ, ਉਸ ਲੈਵਲ ਦੀ ਲੀਡਰਸ਼ਿਪ ਹੈ ਨਹੀਂ ਸਾਡੇ ਕੋਲੇ। ਨੋ ਡਾਊਟ ਸਾਡੇ ਯੂਥ ਵਿੱਚ ਹਾਲੇ ਵੀ ਜਿਹੜੀ ਹੈ ਨਾ ਉਹ ਭਾਵਨਾ ਦੀ ਘਾਟ ਨਹੀਂ ਹੈਗੀ ਹੈ। ਤਰਾਸਦੀ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਕੋਈ ਅੱਗੇ ਲੱਗਣ ਵਾਲਾ ਜਥੇਦਾਰ ਨਹੀਂ ਮਿਲ ਰਿਹਾ, ਆਲ ਰਾਊਂਡਰ ਪਰਸਨੈਲਿਟੀ ਹੈ ਨਹੀਂ ਉਹਨਾਂ ਦੇ ਕੱਦ ਦੇ ਨਾਲ ਦੀ, ਜਿਹੜਾ ਉਹਨਾਂ ਦਾ ਲੈਵਲ ਜਾਂ ਉਹਨਾਂ ਦੀ ਪੋਜੀਸ਼ਨ ਨੂੰ ਜਿਹੜੀ ਉਹ ਬਰਕਰਾਰ ਰੱਖ ਸਕੇ। ਸੋ ਇਹ ਗੁਰੂ ਮਹਾਰਾਜ ਦੀ ਜਿਹੜੀ ਹੈਗੀ ਦੁੱਖ ਜ਼ਰੂਰ ਹੁੰਦਾ, ਹਰ ਸਿੱਖ ਵਾਂਗੂ ਸਾਡੇ ਅੰਦਰ ਵੀ ਭਾਵਨਾਵਾਂ ਹੈਗੀਆਂ ਕਿ ਸਾਡੀ ਕੌਮ ਨੂੰ ਗੁਰੂ ਮਹਾਰਾਜ ਇੱਕ ਖੁਆਰ ਹੋ ਰਹੇ ਅਸੀਂ, ਹਾਂਜੀ। ਪਰ ਮੈਨੂੰ ਪੂਰੀ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕੌਮ ਆ, ਸ਼ਹੀਦਾਂ ਦੀ ਕੌਮ ਆ, ਇਹ ਇਤਿਹਾਸ ਬਣਾਉਣਾ ਵੀ ਜਾਣਦੀ ਆ, ਸਿਰਜਣਾ ਵੀ ਜਾਣਦੀ ਆ। ਕੁਝ ਸਮੇਂ ਲਈ ਠਹਿਰਾਓ ਜ਼ਰੂਰ ਆ ਸਕਦਾ, ਪਰ ਮੈਨੂੰ ਭਰੋਸਾ ਹੈ ਗੁਰੂ ਮਹਾਰਾਜ ਸਾਹਿਬ ਤੇ, ਦਸਵੇਂ ਪਿਤਾ ਤੇ ਭਰੋਸਾ ਹੈ ਕਿ ਉਹ ਮਹਾਰਾਜ ਆਪਣੀਆਂ ਫੌਜਾਂ ਕਿਸੇ ਨਾ ਕਿਸੇ ਵੇਲੇ ਭੇਜਣਗੇ ਜਿਹੜੇ ਇਹ ਟਰਨਿੰਗ ਪੁਆਇੰਟ ਕੌਮ ਦੇ ਵਿੱਚ ਜ਼ਰੂਰ ਆਏਗਾ। ਕਿਉਂਕਿ ਇਹ ਜਿਹੜਾ ਡੁੱਲਿਆ ਹੋਇਆ ਖੂਨ ਹੈ ਨਾ, ਇਹ ਬੇਅਰਥਾ ਨਹੀਂ ਹੋ ਸਕਦਾ, ਕਦੇ ਵੀ ਨਹੀਂ ਬੇਅਰਥਾ ਜਾ ਸਕਦਾ। ਮੈਨੂੰ ਤੁਸੀਂ ਦੇਖੋ ਕਿ ਅਸੀਂ ਜਾਂਦੇ ਹਾਂ ਦਰਬਾਰ ਸਾਹਿਬ ਐਂਟਰ ਹੁੰਦੇ ਹਾਂ, ਬਾਬਾ ਦੀਪ ਸਿੰਘ ਤੋਂ ਲੈ ਲਓ, ਪਿੱਛੇ ਬਾਬਾ ਗੁਰਬਖਸ਼ ਸਿੰਘ ਹੋਣਾ ਦੀ ਆ ਗਈ ਯਾਦਗਾਰ, ਫਿਰ ਇਹਨਾਂ ਸ਼ਹੀਦਾਂ ਦੀ ਆ ਗਈ ਯਾਦ ਹੈ। ਜਦੋਂ ਤੱਕ ਸਿੱਖ ਕੌਮ ਦੇ ਵਿੱਚ ਦਰਬਾਰ ਸਾਹਿਬ ਦੀ ਹੋਂਦ ਰਹੇਗੀ, ਇਹਨਾਂ ਸ਼ਹੀਦਾਂ ਦਾ ਨਾਮ ਉੱਥੇ ਜਿਹੜਾ ਉਹ ਚਮਕਦਾ ਰਹੇਗਾ। ਸੋ ਕੁਝ ਸਮੇਂ ਅਬਦਾਲੀ ਵਰਗੇ ਚੜ੍ਹ ਕੇ ਆਉਂਦੇ ਰਹੇ, ਕਿੰਨੇ ਹਮਲੇ ਹੋਏ ਦਰਬਾਰ ਸਾਹਿਬ ਤੇ, ਉਹਨਾਂ ਦੇ ਨਾਮ ਨਿਸ਼ਾਨ ਮਿਟ ਗਏ, ਉਹਨਾਂ ਨੂੰ ਅੱਜ ਕੋਈ ਨਹੀਂ ਯਾਦ ਕਰਦਾ, ਕੋਈ ਯਾਦਗਾਰਾਂ ਨਹੀਂ ਬਣੀਆਂ। ਪਰ ਇੱਥੇ ਹਰ ਸਿੱਖ ਆਪਣਾ ਜਿਹੜਾ ਆ ਕੇ ਮਸਤਕ ਝੁਕਾਉਂਦਾ। ਮੈਨੂੰ ਆਈ ਫੀਲ ਵੈਰੀ ਪ੍ਰਾਊਡ, ਮੈਨੂੰ ਬੜਾ ਇਸ ਗੱਲ ਦਾ ਹੁੰਦਾ ਕਿ ਸੱਚੇ ਪਾਤਸ਼ਾਹ ਤੇਰੀ ਇੰਨੀ ਮਿਹਰ ਆ ਕਿ ਜਦੋਂ ਵੀ ਆਉਣ ਵਾਲੀਆਂ ਪੀੜ੍ਹੀਆਂ ਆਇਆ ਕਰਨਗੀਆਂ, ਮੱਥਾ ਟੇਕਣ ਕਿਹਾ ਕਰਨਗੀਆਂ, ਸਾਡੇ ਨਾਨਾ ਜੀ ਦੀ, ਸਾਡੇ ਦਾਦਾ ਜੀ ਦੀ ਯਾਦ ਵਿੱਚ ਯਾਦ ਬਣੀ ਹੋਈ ਹੈ। ਬਿਲਕੁਲ। ਸੋ ਇਹ ਕੁਝ ਸਮਾਂ ਹੈ, ਗੁਰੂ ਮਹਾਰਾਜ ਇਹਨੂੰ ਆਪਣੇ ਆਪ ਬਾਹਾਂ ਫੜ ਕੇ ਆਪਣੀ ਕੌਮ ਨੂੰ ਇਸ ਚੀਜ਼ ਵਿੱਚੋਂ ਕੱਢਣਗੇ, ਜ਼ਰੂਰ ਕੱਢਣਗੇ। ਕਿਤੇ ਨਾ ਕਿਤੇ ਦੇਖੋ ਇਹ ਸ਼ਹੀਦਾਂ ਦੀ ਸ਼ਹਾਦਤ ਦੀ ਅਸੀਂ ਕਰਾਮਾਤ ਕਹਿ ਸਕਦੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਯਾਦਗਾਰ ਬਣ ਚੁੱਕੇ ਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲੇ ਅਕਾਲ ਤਖਤ ਸਾਹਿਬ, ਉੱਥੇ ਦੁਨੀਆ ਦੀ ਛੱਡੋ, ਜਿਸ ਭਾਰਤੀ ਹਕੂਮਤ ਨੇ ਤੇ ਨਾਲ ਜਿਹੜੇ ਦੇਸ਼ਾਂ ਨੇ, ਇੰਗਲੈਂਡ ਵਰਗਿਆਂ ਨੇ ਜਾਂ ਰੂਸ ਵਰਗਿਆਂ ਨੇ ਭਾਰਤ ਦੀ ਉਦੋਂ ਸਹਾਇਤਾ ਕੀਤੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਉੱਤੇ, ਅੱਜ ਉਹ ਲੋਕ ਵੀ ਪਹੁੰਚ ਕੇ ਉੱਥੇ ਕਿਤੇ ਨਾ ਕਿਤੇ ਨਮਸਤਕ ਕਰਦੇ ਨੇ ਉਹਨਾਂ ਸਿੰਘਾਂ ਦੇ ਉੱਤੇ ਜਿਨ੍ਹਾਂ ਦੇ ਹਮਲਾ ਕੀਤਾ, ਉਹਨਾਂ ਦੇ ਮੂਹਰੇ ਸਿਰ ਝੁਕਾਉਣ ਦੇ ਲਈ ਮਜਬੂਰ ਹੋਏ ਵੀ ਨੇ। ਇਹ ਜਿਹੜੀ ਇਹ ਇੱਕ ਕਰਾਮਾਤ ਤੋਂ ਘੱਟ ਨਹੀਂ ਹੈਗੀ। ਉਹਨਾਂ ਸ਼ਹੀਦ ਸਿੰਘਾਂ ਦੀ ਜਿਨ੍ਹਾਂ ਨੇ ਜਾਨਾਂ ਕੁਰਬਾਨ ਕੀਤੀਆਂ, ਇਹ ਉਹਨਾਂ ਦਾ ਪ੍ਰਤਾਪ ਹੀ ਹੈ ਕਿ ਦੁਨੀਆ ਦੇ ਕਹਿੰਦੇ ਘਾਉਂਦੇ ਜਿਹੜੇ ਬਾਦਸ਼ਾਹ ਵਾ ਉਹ ਵੀ ਗੁਰੂ ਮਹਾਰਾਜ ਦੀ ਜਿਹੜੀ ਉੱਥੇ ਸੈਕਟਰੀਏਟ ਸਿੱਖਾਂ ਦੀ ਬਣਾਈ ਉਹਦੇ ਮੂਹਰੇ ਆ ਕੇ ਸਿਰ ਝੁਕਾਉਂਦੇ ਨੇ। ਭੈਣ ਜੀ, ਜਿਵੇਂ ਕਿ ਹੁਣ ਤੁਸੀਂ ਕਾਫੀ ਤੁਹਾਡੀ ਵਿੱਦਿਆ ਵੀ ਉੱਚ ਵਿੱਦਿਆ ਵਾ, ਤੁਸੀਂ ਸਾਰਾ ਕੁਝ ਦੇਖਿਆ ਵੀ, ਉਸ ਮੁਤਾਬਕ ਤੁਹਾਨੂੰ ਜਿਵੇਂ ਅੱਜ ਦੀ ਜਿਹੜੀ ਪੋਲੀਟਿਕਸ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਚੱਲ ਰਹੀ ਹੈ ਪੰਜਾਬ ਤੋਂ ਬਾਹਰ, ਉਹ ਸਾਰੀ ਪੋਲੀਟਿਕਸ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ ਵੀ ਜੇ ਸਿੱਖਾਂ ਨੂੰ ਇੱਕ ਖੁਦ ਮੁਖਤਿਆਰੀ ਦੀ ਲੋੜ ਆ ਤੇ ਇਹਨਾਂ ਨੂੰ ਕੀ ਕਰਨਾ ਪਵੇਗਾ? ਦੇਖੋ, ਜਿਹੜੀ ਪੋਲੀਟਿਕਸ ਆ ਇਹਦੇ ਬਾਰੇ ਤਾਂ ਕੋਈ ਵੀ ਸਟੇਟਮੈਂਟ ਦੇਣੀ ਮੇਰਾ ਖਿਆਲ ਹੈ ਇਹ
ਇਟ ਇਜ਼ ਨਾਟ ਪੋਸੀਬਲ। ਇਹਨਾਂ ਦਾ ਤਾਂ ਪਤਾ ਹੀ ਨਹੀਂ ਹੈਗਾ ਵੀ ਕਿੱਧਰ ਨੂੰ ਇਹਨਾਂ ਨੇ ਇਹ ਚੇਂਜ ਕਰ ਲੈਣਾ, ਰਾਤ ਕੋਈ ਸਟੇਟਮੈਂਟ ਹੋਰ ਆ, ਦਿਨੇ ਕੁਝ ਹੋਰ ਆ। ਬਟ ਜਿਹੜਾ ਮੈਂ ਜਿਸ ਐਂਗਲ ਤੋਂ ਦੇਖਦੀ ਹਾਂ, ਮੈਂ ਇਹ ਕਹਿੰਦੀ ਹਾਂ ਕਿ ਜਿਹੜੀ ਅੱਜ ਦੀ ਜਿਹੜੀ ਸਾਡੀ ਜਨਰੇਸ਼ਨ ਆ, ਜਾਂ ਸਾਡਾ ਯੂਥ ਆ, ਜਾਂ ਸਾਡੀ ਸਿੱਖ ਕੌਮ ਹੈ, ਸਾਡੀ ਜਿੰਨੇ ਵੀ ਸਾਡੇ ਹੈਗੇ ਨੇ, ਅਸੀਂ ਵੱਧ ਤੋਂ ਵੱਧ ਐਜੂਕੇਟਿਡ ਹੋਣ। ਹਾਂਜੀ, ਐਜੂਕੇਸ਼ਨ ਇਹਨਾਂ ਦੇ ਵਿੱਚ ਹੋਵੇ, ਇਹ ਸਮਝਣ ਕਿ ਅਸੀਂ ਕਿੱਥੋਂ ਅਸੀਂ ਮਤਲਬ ਸਾਡੀਆਂ ਗਲਤੀਆਂ ਕੀ ਹੋਈਆਂ ਪਾਸਟ ਵਿੱਚ, ਜਿਨ੍ਹਾਂ ਦਾ ਸਾਨੂੰ ਇੱਕ ਖਮਿਆਜਾ ਭੁਗਤਣਾ ਪਿਆ। ਮੈਨੂੰ ਯਾਦ ਆ ਕਿ ਮੇਰੇ ਫਾਦਰ ਸਾਹਿਬ ਤੇ ਸੰਤ ਜੀ ਹਮੇਸ਼ਾ ਹੀ ਕਈ ਵਾਰੀ ਸਿੰਘਾਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਸਿੱਖ ਰਾਜ ਕਿਵੇਂ ਗਿਆ, ਇਹ ਸਾਨੂੰ ਸੁਣਨਾ ਵੀ ਚਾਹੀਦਾ ਤੇ ਇਹ ਪੜ੍ਹਨਾ ਵੀ ਚਾਹੀਦਾ। ਤੇ ਅਸੀਂ ਉਹ ਕੁਐਸਚਨ ਸੀਗਾ ਵੀ ਕਿਉਂ, ਹੁਣ ਨਾ ਇਹ ਕੁਐਸਚਨ ਵੀ ਕਿਉਂ ਪੜ੍ਹਨਾ ਚਾਹੀਦਾ, ਤਾਂ ਮੇਰਾ ਖਿਆਲ ਹੈ ਵੀ ਅਸੀਂ ਜਿਹੜੀਆਂ ਪਾਸਟ ਵਿੱਚ ਗਲਤੀਆਂ ਕੀਤੀਆਂ ਜੋ ਸਾਡੇ ਕੋਲੇ ਹੋਈਆਂ, ਚਾਹੇ ਸਾਡੇ ਲੀਡਰਾਂ ਕੋਲੋਂ ਹੋਈਆਂ, ਚਾਹੇ ਸਾਡੇ ਜਥੇਦਾਰਾਂ ਕੋਲੋਂ ਹੋਈਆਂ, ਚਾਹੇ ਸਾਡੇ ਕੋਲੋਂ ਹੋਈਆਂ ਜਾਂ ਕਿਸੇ ਕੋਲੋਂ ਵੀ ਹੋਈਆਂ, ਅਸੀਂ ਉਹਨਾਂ ਨੂੰ ਰੀਕਾਲ ਕਰਕੇ ਉਹਨਾਂ ਨੂੰ ਇਵੈਲੂਏਟ ਕਰੀਏ, ਉਹਨਾਂ ਦਾ ਕੋਈ ਕਨਕਲੂਜਨ ਕੱਢੀਏ ਵੀ ਕਿਉਂ ਹੋਈਆਂ, ਕਿਵੇਂ ਹੋਈਆਂ, ਕਿੱਥੇ ਹੋਈਆਂ, ਜਿਹਦਾ ਕਰਕੇ ਸਾਡੀ ਕੌਮ ਨੂੰ ਇੰਨਾ ਖੁਆਰ ਹੋਣਾ ਪੈ ਰਿਹਾ, ਇੰਨਾ ਖਮਾਜਾ ਭੁਗਤਣਾ ਜਿਹੜਾ ਪੈ ਰਿਹਾ। ਮੇਰਾ ਖਿਆਲ ਆ ਵੀ ਅਸੀਂ ਹੁਣ ਵੱਧ ਤੋਂ ਵੱਧ ਜਿਹੜਾ ਸਾਨੂੰ ਜ਼ੋਰ ਆ ਉਹ ਪੋਲੀਟਿਕਸ ਵੱਲ ਨਾ ਦੇ ਕੇ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜੀਏ, ਇਤਿਹਾਸ ਤੋਂ ਜਾਣੂ ਕਰਾਈਏ, ਵੱਧ ਤੋਂ ਵੱਧ ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਸੋ ਦੈਟ ਉਹ ਪੋਜ਼ਿਟਿਵ ਐਟੀਟਿਊਡ ਰੱਖਣ, ਪੋਲੀਟਿਕਸ ਤੋਂ ਉੱਪਰ ਉੱਠ ਕੇ। ਬਿਲਕੁਲ ਜੀ, ਪੋਜ਼ਿਟਿਵ ਐਟੀਟਿਊਡ ਰੱਖਣ ਔਰ ਸਾਡੀ ਸਿੱਖ ਕੌਮ ਨੂੰ ਜਿਹੜੀਆਂ ਮੁਸ਼ਕਲਾਂ ਸਾਨੂੰ ਆ ਸਕਦੀਆਂ ਉਹਦੇ ਲਈ ਤਿਆਰ ਰਹਿਣ, ਮੂੰਹ ਤੋੜਵਾਂ ਜਵਾਬ ਦੇਣ ਲਈ। ਕਿਉਂਕਿ ਜਿਹੜਾ ਅਕੋਰਡਿੰਗ ਟੂ ਮਾਈ ਵਿਊ ਕਿ ਜਿਹੜੀ ਅੱਜ ਦੀ ਲੜਾਈ ਹੈ ਨਾ, ਇਹ ਹਥਿਆਰਾਂ ਦੀ ਲੜਾਈ ਨਹੀਂ ਹੈ, ਇਹ ਸਾਡੀ ਸਿਧਾਂਤਕ ਲੜਾਈ ਹੈ। ਸਾਡੇ ਸਿਧਾਂਤਾਂ ਤੇ ਹਮਲੇ ਹੋ ਰਹੇ ਆ, ਸਾਡੀ ਰਹਿਤ ਮਰਜ਼ਾਦਾ ਤੇ ਹਮਲੇ ਹੋ ਰਹੇ ਆ, ਸਾਡੇ ਵਿਚਾਰਾਂ ਤੇ ਹਮਲੇ ਹੋ ਰਹੇ ਆ, ਸਾਡੀਆਂ ਮੰਗਾਂ ਤੇ ਹਮਲੇ ਹੋ ਰਹੇ ਆ। ਠੀਕ ਹੈ, ਸਾਡੀਆਂ ਡਿਮਾਂਡਸ ਵੀ ਉਹਨਾਂ ਨੇ ਜਿਹੜੀਆਂ ਹੈਗੀਆਂ ਨਾ ਬਾਰਡਰ ਲਾਈਨ ਲਾਤੀ ਵੀ ਇਸ ਤੋਂ ਅੱਗੇ ਤੁਸੀਂ ਵੱਧ ਨਹੀਂ ਸਕਦੇ। ਜੀ। ਸੋ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਆ, ਇਹਨਾਂ ਨੂੰ ਇਹਨਾਂ ਮੁਸ਼ਕਲਾਂ ਦੇ ਪ੍ਰਤੀ ਜਾਗਰੂਕ ਕਰਨਾ ਇਹ ਬਹੁਤ ਇੰਪੋਰਟੈਂਟ ਆ, ਜਿਹੜਾ ਅੱਜ ਕੱਲ੍ਹ ਦਾ ਜਿਹੜਾ ਸਮਾਂ ਹੈ। ਸੋ ਮੈਂ ਕਹਿੰਦੀ ਹਾਂ ਕਿ ਪੋਲੀਟਿਕਸ ਤੋਂ ਉੱਪਰ ਉੱਠ ਕੇ ਸਾਨੂੰ ਸਾਰਿਆਂ ਨੂੰ ਇਸ ਮੁੱਦੇ ਤੇ ਘੱਟੋ ਘੱਟ ਇਕੱਠੇ ਹੋ ਜਾਣਾ ਚਾਹੀਦਾ ਹੈ ਕਿ ਸਾਡੀ ਸਿੱਖ ਕੌਮ ਨੂੰ ਆਉਣ ਵਾਲੀ ਕਿਸੇ ਵੀ ਮੁਸ਼ਕਲ ਲਈ ਤਿਆਰ ਕਰ ਸਕੀਏ, ਆਪਣੇ ਬੱਚਿਆਂ ਨੂੰ ਤਿਆਰ ਕਰ ਸਕੀਏ, ਆਪਣੀਆਂ ਫੈਮਿਲੀਜ਼ ਨੂੰ, ਆਪਣੇ ਯੂਥ ਨੂੰ ਅਸੀਂ ਤਿਆਰ ਕਰੀਏ। ਬਿਲਕੁਲ ਜੀ, ਤੇ ਇਹ ਮੇਰਾ ਦਿਸ ਇਜ਼ ਮਾਈ ਪਰਸਨਲ ਵਿਊ। ਨਹੀਂ, ਚਾਹੀਦਾ ਵੀ ਹੈ, ਕਿਉਂਕਿ ਸੰਤ ਜਰਨੈਲ ਸਿੰਘ ਜੀ ਉਹਨਾਂ ਦੀਆਂ ਸਪੀਚਾਂ ਨੇ, ਉਹ ਕਹਿੰਦੇ ਹੁੰਦੇ ਆ ਕਿ ਵੀ ਆਪਣੇ ਆਪ ਨੂੰ ਘੱਟੋ ਘੱਟ ਤਿਆਰ ਰੱਖਿਓ, ਇੰਨਾ ਕੁ ਤਿਆਰ ਰੱਖੋ ਵੀ ਦੁਸ਼ਮਣ ਤੁਹਾਡੇ ਤੇ ਚੜ੍ਹ ਕੇ ਆਏ ਤੁਸੀਂ ਮੁੜ ਕੇ ਟਾਲੀਆਂ ਦੇ ਟਾਣੇ ਤੋੜਦੇ ਫਿਰੋ, ਤੇ ਉਹ ਨਾ ਹਾਲ ਹੋਵੇ। ਤੇ ਹੋਇਆ ਵੀ ਆ, ਜੇ ਪੰਜਾਬ ਵਾਲਿਆਂ ਨੇ ਗੱਲ ਮੰਨੀ ਤੇ ਸ਼ਾਇਦ ਅਸੀਂ 14 ਸਾਲ ਸਰਵਾਈਵ ਕਰ ਗਏ ਉੱਥੇ 78 ਤੋਂ ਲੈ ਕੇ 95 ਤੱਕ। ਦੂਸਰੀ ਗੱਲ ਇਹ ਕਿ ਜੇ ਸਾਨੂੰ ਕਿਤੇ ਅਸੀਂ ਥੋੜੇ ਜਿਹੇ ਪਹਿਲਾਂ ਅਲਰਟ ਹੁੰਦੇ ਜਾਂ ਹੁਣ ਹੋ ਜਾਈਏ ਤਾਂ ਸਾਨੂੰ ਦੇਖੋ ਜਿਹੜੀ 84 ਤੋਂ ਬਾਅਦ ਜਿਹੜਾ ਦਹਾਕਾ ਚੱਲਿਆ, ਕੁਝ ਸਮਾਂ ਉਹ ਬਹੁਤ ਚੜ੍ਹਦੀ ਕਲਾ ਵਾਲੇ ਸਿੰਘਾਂ ਦੇ ਹੱਥਾਂ ਵਿੱਚ ਰਿਹਾ, ਪਰ ਬਾਅਦ ਵਿੱਚ ਆਪਾਂ ਵੀ ਜਾਣਦੇ ਹਾਂ ਕਿ ਉਸ ਮੂਵਮੈਂਟ ਦਾ ਕੀ ਹਾਲ ਹੋਇਆ। ਠੀਕ ਹੈ ਜੀ, ਵਿੱਚ ਏਜੰਸੀਆਂ ਦੇ ਕਹਿ ਲਓ ਜਾਂ ਜਿਵੇਂ ਮਰਜ਼ੀ ਕਹਿ ਲਓ, ਜਿਹੜੇ ਉਹ ਲੋਕਾਂ ਨੇ ਇੰਟਰਫੇਅਰ ਕੀਤਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਹੱਥ ਵਿੱਚ ਗਨ ਕਿਉਂ ਚੱਕੀ ਹੋਈ ਆ, ਅਸੀਂ ਘਰਾਂ ਤੋਂ ਬਾਹਰ ਕਿਉਂ ਫਿਰਦੇ, ਸਾਡਾ ਮੋਟਿਵ ਕੀ ਆ, ਸਾਡਾ ਲਕਸ਼ ਕੀ ਆ, ਅਸੀਂ ਸੰਘਰਸ਼ ਕਿਸ ਲਾਈਨ ਵੱਲ ਜਾ ਰਿਹਾ, ਸਾਡਾ ਕਿਸ ਦਿਸ਼ਾ ਵੱਲ ਜਾ ਰਿਹਾ। ਦਿਸ਼ਾਹੀਨ ਹੋ ਗਿਆ ਸਾਰਾ, ਲੀਡਰਲੈਸ ਕੌਮ ਹੋ ਗਈ, ਸੰਘਰਸ਼ ਦਿਸ਼ਾਹੀਨ ਹੋ ਗਿਆ। ਛੋਟੀ ਏਜ ਦੇ ਮੁੰਡਿਆਂ ਨੇ ਜਦੋਂ ਹਥਿਆਰ ਚੱਕੇ ਤਾਂ ਮੇਰਾ ਖਿਆਲ ਆ ਵੀ ਉਹਨਾਂ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਸੀ। ਕਿਤੇ ਨਾ ਕਿਤੇ ਅਸੀਂ ਉਸ ਗੱਲ ਤੋਂ ਜਿਹੜਾ ਵਾ ਨਾ ਉਹ ਥੱਲੇ ਆ ਗਏ। ਉਹ ਦੁਸ਼ਮਣ ਦੀ ਪਛਾਣ ਨਹੀਂ ਰਹੀ ਅਸਲ ਵਿੱਚ, ਸਾਡਾ ਦੁਸ਼ਮਣ ਕੌਣ ਆ ਤੇ ਦੋਸਤ ਕੌਣ ਆ ਜਿਹਦੇ ਕਰਕੇ ਜ਼ਿਆਦਾ ਨੁਕਸਾਨ। ਬਿਲਕੁਲ। ਸੋ ਮੈਂ ਇਹੀ ਕਹਿੰਦੀ ਆ ਕਿ ਸਾਨੂੰ ਅਜਿਹੀ ਜਿਹੜੀ ਜਾਗਰੂਕਤਾ ਨਾ ਇਹ ਬਹੁਤ ਜ਼ਰੂਰੀ ਆ। ਬਿਲਕੁਲ, ਇਸ ਟਾਈਮ ਕੌਮ ਨੂੰ ਲੋੜ ਹੈ ਜੀ, ਮਾਨਸਿਕ ਤੌਰ ਤੇ ਸਾਨੂੰ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਮਾਨਸਿਕ ਤੌਰ ਤੇ ਸਟਰੋਂਗ ਹੋਵਾਂਗੇ, ਜਿਹੜੀ ਪੰਜਾਬ ਦੇ ਵਿੱਚ ਇੱਕ ਵਾਰ ਚੱਲ ਰਹੀ ਹੈ, ਫੇਸਲੈਸ ਵਾਰ, ਸਾਡਾ ਪਾਣੀ ਲੁੱਟਿਆ ਜਾ ਰਿਹਾ, ਜਾਂ ਸਾਡੀ ਬਿਜਲੀ ਜਿਹੜੀ ਹੈ, ਪੰਜਾਬ ਦੀ ਬਿਜਲੀ ਦਿੱਲੀ ਨੂੰ ਜਾਂਦੀ ਉਦੋਂ ਟੈਕਸ ਲਾ ਕੇ ਸਾਨੂੰ ਵਾਪਸ ਆਉਂਦੀ, ਸਾਡੀ ਸਟੱਡੀ ਦੀ ਜਿਹੜੀ ਜੈਨੋਸਾਈਡ ਹੋਈ, ਸਾਡੇ ਇਤਿਹਾਸ ਦੇ ਵਿੱਚ ਸਾਡੀ ਜੈਨੋਸਾਈਡ ਕਰ ਰਹੇ ਨੇ, ਸਾਡੀ ਨਿਸ਼ਾਨਦੇਹੀ ਦੇ ਉੱਤੇ ਜੈਨੋਸਾਈਡ ਕਰ ਰਹੇ ਨੇ। ਇਹਨਾਂ ਚੀਜ਼ਾਂ ਤੋਂ ਸਾਨੂੰ ਮਾਨਸਿਕ ਤੌਰ ਤੇ ਸਟਰੋਂਗ ਜਿਹੜਾ ਹੋਣ ਦੀ ਬਹੁਤ ਲੋੜ ਹੈ। ਜਿਵੇਂ ਛੋਟੇ ਸਾਹਿਬਜ਼ਾਦੇ, ਉਹਨਾਂ ਦੀ ਉਮਰ ਦੇਖੋ 5 ਸਾਲ 7 ਸਾਲ 9 ਸਾਲ ਦੇ ਕਰੀਬ ਸੀ, ਤੇ ਪਰ ਉਹਨਾਂ ਨੇ ਸਿੱਖੀ ਸਿਦਕ ਨਿਭਾਇਆ, ਜਿਹੜਾ ਸਿੱਖੀ ਦਾ ਮਹਿਲ ਜਿਹੜਾ ਉਸਾਰ ਕੇ ਖੜਾ ਕੀਤਾ। ਜੇ ਪੂਰੇ ਇਤਿਹਾਸ ਦੇ ਵਿੱਚ ਅਸੀਂ ਦੇਖੀਏ ਤਾਂ ਅਜਿਹੀਆਂ ਸ਼ਹਾਦਤਾਂ, ਜਿਹੜੀਆਂ ਲਾਸਾਨੀ ਸ਼ਹਾਦਤਾਂ ਕਿਤੇ ਵੀ ਦੇਖਣ ਨੂੰ ਨਹੀਂ ਮਿਲਣੀਆਂ। ਦੁਨੀਆ ਦਾ ਜਿਹੜਾ ਮਰਜ਼ੀ ਇਤਿਹਾਸ ਅਸੀਂ ਫਰੋਲ ਲਈਏ, ਜੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਕਰੀਏ, ਜਿਹੜਾ ਉਹ ਇਤਿਹਾਸ ਸਿੰਘਾਂ ਨੇ ਸਿਰਜਿਆ, ਤੇ ਤੁਸੀਂ ਵਰਲਡ ਦੇ ਵਿੱਚ ਦੇਖ ਲਓ, ਜਿਹੜੀਆਂ ਪਹਿਲੀਆਂ 10 ਜੰਗਾਂ ਜਿਹੜੀਆਂ ਟੌਪ ਦੀਆਂ ਗਿਣੀਆਂ ਗਈਆਂ, ਉਹਨਾਂ ਜੰਗਾਂ ਦੇ ਵਿੱਚ, ਪਹਿਲੀਆਂ ਜੰਗਾਂ ਦੇ ਵਿੱਚ ਇਹ ਜੰਗਾਂ ਆਉਂਦੀਆਂ। ਜੇ ਬਾਬਾ ਹਰੀ ਸਿੰਘ ਨਲੂਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਜਿਹਾ ਇਤਿਹਾਸ ਸਿਰਜਿਆ ਜਿਨ੍ਹਾਂ ਨੂੰ ਅਸੀਂ ਮਾਣਮੱਤਾ ਇਤਿਹਾਸ ਕਹਿ ਕੇ ਅਸੀਂ ਲੋਕਾਂ ਨੂੰ ਦੱਸ ਸਕੀਏ, ਆਪਣੀ ਪਨੀਰੀਆਂ ਨੂੰ ਸਮਝਾ ਸਕੀਏ। ਭੈਣ ਜੀ, ਇੱਕ ਜਿਹੜਾ ਅੱਜ ਦਾ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚ ਸਿੱਖੀ ਤੋਂ ਅਸੀਂ ਬਹੁਤ ਦੂਰ ਹੋ ਗਿਆ। ਵਿਦੇਸ਼ਾਂ ਦੇ ਵਿੱਚ ਜ਼ਰੂਰ ਆ ਅਜਿਹਾ ਪ੍ਰਚਾਰ ਹੋ ਰਿਹਾ ਵੀ ਲੋਕ ਸਿੱਖੀ ਦੇ ਨਾਲ ਜੁੜ ਰਹੇ ਨੇ, ਸ਼ਾਇਦ ਕਰਕੇ ਸਰਕਾਰਾਂ ਵੀ ਇਸੇ ਗੱਲ ਕਰਕੇ ਬਾਹਰਲੇ ਵਿਦੇਸ਼ਾਂ ਦੇ ਜਿਹੜੇ ਸਿੱਖ ਆ ਉਹਨਾਂ ਨੂੰ ਟਾਰਗੇਟ ਕਰਦੀਆਂ। ਮੈਂ ਥੋੜ੍ਹਾ ਜਿਹਾ, ਕਿਉਂਕਿ ਤੁਸੀਂ ਇੱਕ ਔਰਤ ਹੋ,
ਉਸ ਮਸਲੇ ਤੋਂ ਜੇ ਅੱਜ ਦੇਖੀਏ ਪੰਜਾਬ ਦੇ ਵਿੱਚ ਸਾਡੀਆਂ ਭੈਣਾਂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਸੁੱਖੇ ਜਿੰਦੇ ਵਰਗੇ, ਸਰਦਾਰ ਊਧਮ ਸਿੰਘ ਜੀ ਵਰਗੇ ਨੌਜਵਾਨਾਂ ਨੂੰ ਜਨਮ ਦੇਣਾ ਸੀ, ਉਹ ਸਾਡੀਆਂ ਭੈਣਾਂ ਅੱਜ ਕੱਲ੍ਹ ਕਿਤੇ ਨਾ ਕਿਤੇ ਉਹਨਾਂ ਦਾ ਲਕਸ਼ ਇੰਨਾ ਕੁ ਰਹਿ ਗਿਆ ਵੀ ਅਸੀਂ ਪਰਾਂਦੀ ਪਾ ਲਈਏ, ਸੂਟ ਪਾ ਲਈਏ, ਵੀ ਸਾਡੀ ਮੁੰਡਿਆਂ ਦੇ ਟੋਲਿਆਂ ਦੇ ਵਿੱਚ ਸਾਡੀ ਵਾਹ-ਵਾਹ ਹੋ ਜੇ। ਤੇ ਇਹ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ, ਕਿਉਂਕਿ ਤੁਸੀਂ ਮੇਰੇ ਨਾਲ ਵੱਧ ਸਿਆਣੇ, ਤੁਸੀਂ ਇੱਕ ਔਰਤ ਆ, ਵੀ ਇਹ ਕਿਤੇ ਨਾ ਕਿਤੇ ਨਗਾਰਨੀ ਬਹੁਤ ਜ਼ਿਆਦਾ ਆ ਗਿਆ। ਇਹ ਬਹੁਤ ਜ਼ਿਆਦਾ ਤੁਸੀਂ ਜਿਹੜਾ ਐਗਜੈਕਟਿਵ ਲਾਇਆ ਬਿਲਕੁਲ ਠੀਕ ਲਾਇਆ ਕਿ ਇਹ ਇਕੱਲਾ ਨਿਗਾਰ ਹੀ ਨਹੀਂ ਆ, ਇਹ ਬੜੀ ਚਿੰਤਾ ਦਾ ਵਿਸ਼ਾ ਜਿਹੜਾ ਅੱਜ ਕੱਲ੍ਹ ਸਾਡਾ ਨਿਗਾਰ ਆ ਗਿਆ। ਸਾਡੀ ਫੈਮਿਲੀ ਲਾਈਫ ਦੇ ਵਿੱਚ ਸਾਡਾ ਨੈਤਿਕ ਲੈਵਲ ਜਿਹੜਾ ਸੀਗਾ ਨਾ, ਐਥਿਕਸ ਸਾਡੇ ਵਿੱਚੋਂ ਖਤਮ ਹੋ ਗਏ, ਮੋਰਲਸ ਖਤਮ ਹੋ ਗਏ ਸਾਡੀ ਲਾਈਫ ਦੇ ਵਿੱਚੋਂ। ਤੇ ਸਾਡਾ ਜਿਹੜਾ ਉਹ ਲੈਵਲ ਆ, ਸਿਧਾਂਤਕ ਲੈਵਲ ਪਰਿਵਾਰਾਂ ਦਾ, ਰਹਿਣ ਸਹਿਣ ਦਾ, ਜੀਵਨ ਦਾ, ਉਹ ਬੜਾ ਨੀਵਾਂ ਆ ਗਿਆ। ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ ਸੀਗਾ ਕਿ ਮਰਜ਼ਾਦਾ ਦੇ ਵਿੱਚ ਰਹਿਣਾ, ਨੋ ਡਾਊਟ ਕਿ ਇੱਕ ਜਿਹੜੀ ਚੰਗੀ ਮਾਂ ਹੈ, ਚੰਗੇ ਬੱਚੇ ਨੂੰ ਸੰਸਕਾਰ ਦੇਗੀ ਤਾਂ ਹੀ ਉਹ ਚੰਗੀ ਲਾਈਨ ਵਿੱਚ ਜਾ ਕੇ ਇੱਕ ਅਸਲੀ ਸਿੰਘ ਬਣ ਸਕਦਾ। ਠੀਕ ਹੈ, ਮੇਰਾ ਖਿਆਲ ਆ ਵੀ ਮੈਂ ਇਸ ਸਾਰੇ ਦਾ ਕਨਕਲੂਜਨ ਇਹ ਨਹੀਂ ਆਪਾਂ ਕਹਿ ਸਕਦੇ ਕਿ ਪ੍ਰਚਾਰ ਸਿਰਫ ਵਿਦੇਸ਼ਾਂ 'ਚ ਹੋ ਰਿਹਾ ਜਾਂ ਇੰਡੀਆ 'ਚ ਨਹੀਂ ਹੋ ਰਿਹਾ ਜਾਂ ਪੰਜਾਬ 'ਚ ਨਹੀਂ ਹੋ ਰਿਹਾ। ਪ੍ਰਚਾਰ ਉੱਥੇ ਵੀ ਬਹੁਤ ਹੋ ਰਿਹਾ, ਪ੍ਰਚਾਰ ਕਰਨ ਵਾਲੇ ਵੀ ਬਹੁਤ ਆ। ਬਹੁਤ ਸਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਤਾਂ ਇੰਨੀਆਂ ਮਤਲਬ ਚੱਲ ਗਿਆ ਕਿ ਮੇਰੇ ਖਿਆਲ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਸਭ ਨਹੀਂ ਸੀ ਹੁੰਦਾ ਵੀ ਘਰ ਘਰ ਜਾ ਕੇ ਪ੍ਰਚਾਰ ਕਰਨਾ, ਉਥੋਂ ਵਾਲ ਦੀ ਖਾਲ ਕੱਢ ਲੈਂਦੇ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਤਾਂ ਨਾਲੋਂ ਨਾਲ ਮੀਡੀਆ ਹੀ ਬੜਾ ਤੇਜ਼ ਹੈ ਕਿ ਨਾਲ ਦੀ ਨਾਲ ਜਿਹੜਾ ਉਹ ਮੈਸੇਜ ਘਰ ਘਰ ਤੱਕ ਪਹੁੰਚ ਰਿਹਾ। ਬਟ ਤਰਾਸਦੀ ਇਹ ਹੈ ਕਿ ਜਿਹੜਾ ਸਾਡਾ ਪਨੀਰੀ ਹੈ ਉਹ ਡੀਪਲੀ ਰੂਟਡ ਨਹੀਂ ਹੋ ਰਹੀ ਸਾਡੇ ਧਰਮ ਦੇ ਵਿੱਚ। ਸਿਧਾਂਤ ਕੀ ਨੇ, ਸਾਡਾ ਮੁੱਢ ਕੀ ਹੈ, ਸਾਡਾ ਮੂਲ ਕੀ ਹੈ। ਜਦੋਂ ਕੋਈ ਵੀ ਦਰਖਤ ਹੈ ਉਹ ਤਾਂ ਹੀ ਚੰਗੀ ਤਰ੍ਹਾਂ ਵੱਧ ਫੁੱਲ ਸਕਦਾ ਜੇ ਉਹ ਡੀਪਲੀ ਰੂਟਡ ਹੋਊਗਾ, ਤਾਂ ਰੂਟਸ ਸਟਰੋਂਗ ਹੋਣਗੀਆਂ। ਸਾਡੀਆਂ ਰੂਟਸ ਕਿਤੇ ਨਾ ਕਿਤੇ ਖੋਖਲੀਆਂ ਹੋ ਰਹੀਆਂ ਨੇ। ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਅਸੀਂ ਛੋਟੇ ਬੱਚਿਆਂ ਨੂੰ ਨਾ, ਜਿਹੜਾ ਅੱਜ ਕੱਲ੍ਹ ਮੀਡੀਆ ਦੇ ਲਾਗੇ ਆ ਕੇ ਜੋ ਕੁਛ ਉਹ ਦੇਖਦੇ ਆ ਟੀਵੀਆਂ ਦੇ ਉੱਪਰ, ਜੋ ਵਿਚਰਦਾ ਆਸੇ ਪਾਸੇ ਸਮਾਜ ਦੇ ਵਿੱਚ, ਉਹਦੇ ਤੋਂ ਉਹ ਬੜੀ ਛੇਤੀ ਉਸ ਚੀਜ਼ ਨੂੰ ਅਡੋਪਟ ਕਰਦੇ ਆ। ਸਾਨੂੰ ਇਹਦੇ ਲਈ ਸਪੈਸ਼ਲੀ ਜਿਵੇਂ ਤੁਸੀਂ ਲੇਡੀਜ਼ ਨੂੰ ਕਿਹਾ, ਮਦਰਸ ਨੂੰ ਇੱਕ ਰੋਲ ਮਾਡਲ ਬਣਨਾ ਪਏਗਾ। ਇਹ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਪਏਗੀ। ਜੇ ਇੱਕ ਮਦਰ ਆਪ ਟ੍ਰਿਮਰ ਹੈ ਜਾਂ ਉਹ ਕਿਤੇ ਇਹੋ ਜਿਹਾ ਕੋਈ ਪਤਿਤ ਪੁਣੇ ਵਾਲਾ ਕੰਮ ਕਰ ਰਹੀ ਆ, ਤਾਂ ਉਹ ਆਪਣੇ ਬੱਚਿਆਂ ਨੂੰ ਪ੍ਰੋਪਰ ਗਾਈਡ ਨਹੀਂ ਕਰ ਸਕਦੀ। ਸੋ ਮੇਰੀ ਬੇਨਤੀ ਆਪਣੀਆਂ ਭੈਣਾਂ ਨੂੰ ਜਾਂ ਸਾਰੀਆਂ ਲੇਡੀਜ਼ ਨੂੰ ਇਹ ਹੈ ਕਿ ਇਹ ਜਿਹੜੀਆਂ ਡੀਪਲੀ ਰੂਟਡ ਕਰਨ ਵਾਲੀ ਗੱਲ ਹੈ ਨਾ, ਬੱਚਿਆਂ ਵਿੱਚ ਜਜ਼ਬਾ ਭਰਨ ਵਾਲੀ ਗੱਲ ਹੈ, ਸੰਸਕਾਰ ਭਰਨ ਵਾਲੀ ਗੱਲ ਹੈ, ਕਿਉਂਕਿ ਬੱਚੇ ਦਾ ਫਰਸਟ ਸਕੂਲ ਉਹਦੇ ਘਰ ਤੋਂ ਸ਼ੁਰੂ ਹੁੰਦਾ। ਫਰਸਟ ਲੈਸਨ ਉਹ ਆਪਣੇ ਮਦਰ ਤੋਂ ਸਿੱਖਦਾ। ਜਿਵੇਂ ਅਸੀਂ ਆਪਣੇ ਮਦਰ ਤੋਂ, ਮੇਰੇ ਮਦਰ ਮੇਰੇ ਲਈ ਇੱਕ ਰੋਲ ਮਾਡਲ ਹੈ। ਬਿਲਕੁਲ, ਸ਼ੀ ਇਜ਼ ਅ ਲਾਈਟ ਹਾਊਸ ਫॉर ਮੀ, ਹੈ ਨਾ। ਵੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਸਾਨੂੰ ਸਿਕਿਉਰ ਕਰਕੇ ਰੱਖਿਆ, ਜਿਹੜਾ ਕਿ ਬੜਾ ਔਖਾ ਸਮਾਂ ਸੀਗਾ, ਹੈ ਨਾ। ਤਾਂ ਨੈਚੁਰਲੀ ਸਾਨੂੰ ਉਹ ਕਿਤਾਬਾਂ 'ਚੋਂ ਨਹੀਂ ਮਿਲਿਆ ਜੋ ਅਸੀਂ ਆਪਣੇ ਮਦਰ ਦੇ ਜੀਵਨ 'ਚੋਂ ਦੇਖ ਲਿਆ। ਜੀ ਬਿਲਕੁਲ ਜੀ। ਸੋ ਮੇਰਾ ਤਾਂ ਇਹੀ ਕਹਿਣ ਤੋਂ ਭਾਵ ਇਹ ਆ। ਦੂਸਰੀ ਗੱਲ, ਪਹਿਲੀ ਗੱਲ ਤਾਂ ਹੈ ਕਿ ਮਦਰਸ ਨੂੰ ਰੋਲ ਮਾਡਲ ਬਣਨਾ ਪਏਗਾ, ਸਾਡੇ ਪਰਿਵਾਰਾਂ ਨੂੰ, ਫਾਦਰਸ ਨੂੰ, ਮਦਰਸ ਨੂੰ ਰੋਲ ਮਾਡਲ ਬਣਨਾ ਪਏਗਾ ਬੱਚਿਆਂ ਲਈ। ਦੂਸਰੀ ਗੱਲ ਇਹ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜੀ, ਇਹ ਨਹੀਂ ਗਾ ਕਿ ਸਾਰੇ ਹੀ ਗਲਤ ਪ੍ਰਚਾਰ ਕਰ ਰਹੇ ਆ। ਬਹੁਤ ਸਾਰੇ ਦੇ ਅੰਦਰ ਸਿੱਖੀ ਲਾਟ ਵੀ ਜਗਦੀ ਹੈ, ਕੌਮੀ ਦਰਦ ਵੀ ਹੈ, ਕੌਮੀ ਫਰਜ਼ ਵੀ ਨਿਭਾਉਂਦੇ ਨੇ। ਪਰ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਆ ਕੇ ਇਹ ਚੀਜ਼ਾਂ ਹਾਈਲਾਈਟ ਨਹੀਂ ਹੋ ਰਹੀਆਂ। ਜਿਹੜੇ ਪੰਜਾਬ ਦੇ ਨੈਗੇਟਿਵ ਗੱਲਾਂ ਨੇ ਨਾ, ਉਹ ਕਈ ਵਾਰੀ ਸੋਸ਼ਲ ਮੀਡੀਆ ਤੇ ਜ਼ਿਆਦਾ ਉਭਾਰੀਆਂ ਜਾਂਦੀਆਂ ਨੇ। ਜਿਹੜੇ ਸਾਡੇ ਚੰਗੇ ਪੱਖ ਨੇ ਉਹ ਦੱਬੇ ਰਹਿ ਜਾਂਦੇ ਨਾ। ਬੀਂਗਾ ਮੈਂ, ਕਿਉਂਕਿ ਮੈਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਹਿਲਾਂ ਐਜ਼ ਅ ਟੀਚਰ ਸਟਾਰਟ ਕੀਤਾ ਸੀਗਾ। ਬੀਂਗਾ ਪ੍ਰਿੰਸੀਪਲ ਮੈਂ ਰਹੀ ਕੁਝ ਸਮੇਂ 'ਚ ਨਾ, ਇਸ ਟਾਈਮ 'ਤੇ ਮੈਂ ਸਹਾਇਕ ਡਾਇਰੈਕਟਰ ਵਜੋਂ ਵਿਚਰ ਰਹੀ ਹਾਂ। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਛੋਟੀ ਪਨੀਰੀ ਨੂੰ ਨਾਲ ਜੋੜਨ ਲਈ। ਗਰਲਜ਼ ਦੇ, ਬॉयਜ਼ ਦੇ ਡਰੈਸਅਪ ਤੋਂ ਲੈ ਕੇ ਸਾਈਕੋਲੋਜੀਕਲੀ ਉਹਨਾਂ ਨੂੰ ਇਸ ਚੀਜ਼ ਵੱਲ ਲੈ ਕੇ ਆਉਣ ਲਈ ਕੈਂਪਸ ਵੀ ਲਗਾਉਂਦੇ ਆ, ਪ੍ਰੈਕਟੀਕਲੀ ਵੀ ਦੱਸਦੇ ਆ, ਲੈਕਚਰਸ ਵੀ ਪ੍ਰਮੋਟ ਕਰਦੇ ਆ, ਗੁਰੂ ਮਹਾਰਾਜ ਦੇ ਹਰ ਕੰਮ ਕਰਦੇ ਆ। ਪਰ ਉਹ ਕੁਝ ਸਮੇਂ ਤਾਂ ਬੱਚਿਆਂ 'ਤੇ ਅਸਰ ਰਹਿੰਦਾ। ਜਦੋਂ ਪਰਿਵਾਰਾਂ ਵਿੱਚ ਜਾਂਦੇ ਆ, ਘਰ ਜਾਂਦੇ ਆ, ਉੱਥੇ ਇਨਵਾਇਰਨਮੈਂਟ ਕੁਝ ਹੋਰ ਤਰ੍ਹਾਂ ਦਾ ਮਿਲਦਾ। ਉਹ ਬੱਚਾ ਤਾਂ ਉਹ ਜਿਹੜਾ ਉਹ, ਕਿਉਂਕਿ ਬੱਚੇ ਦਾ ਮਨ ਇਹੋ ਜਿਹਾ ਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਵੀ ਤੁਸੀਂ ਉਹਦੇ ਉੱਤੇ ਛਾਪੋਗੇ ਉਹ ਛਪ ਜਾਏਗਾ। ਉਹ ਪਿਕਚਰ ਜਿਹੜੀ ਉਹ ਉਹਨਾਂ ਦੇ ਘਰ ਦੀ ਜਿਹੜੀ ਜਾ ਕੇ ਉੱਥੇ ਹੋਰ ਚੇਂਜ ਹੋ ਜਾਂਦੀ ਆ। ਸੋ ਦੀਜ਼ ਆਰ ਸਮ ਆਫ ਦੀ ਫੈਕਟਸ ਕਿ ਪੰਜਾਬ ਦਾ ਥੋੜਾ ਜਿਹਾ ਇਸ ਪੱਖੋਂ ਕਮਜ਼ੋਰ ਜ਼ਰੂਰ ਆ, ਪਰ ਪ੍ਰਚਾਰ ਹੋ ਰਿਹਾ ਪਰ ਲੱਗ ਨਹੀਂ ਰਿਹਾ। ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਜੀ, ਇਹਦਾ ਅਸਰ ਨਹੀਂ ਦਿਖ ਰਿਹਾ ਜੀ। ਬਿਲਕੁਲ ਜੀ। ਦਰਸ਼ਕੋ, ਜਿਹੜਾ ਸਾਨੂੰ ਹੋਰ ਸਮਾਂ ਇਜਾਜ਼ਤ ਨਹੀਂ ਦਿੰਦਾ, ਪ੍ਰੋਗਰਾਮ ਜਿਹੜਾ ਸਮਾਪਤੀ ਵੱਲ ਜਾ ਰਿਹਾ। ਭੈਣ ਜੀ, ਕੋਈ ਗੱਲ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਜੇ ਆਪਾਂ ਕੋਈ ਗੱਲ ਕਰਨੀ ਰਹਿ ਗਈ ਹੋਵੇ ਤੁਸੀਂ ਦਰਸ਼ਕਾਂ ਨਾਲ ਗੱਲ ਸਾਂਝੀ? ਪਹਿਲੀ ਗੱਲ ਤਾਂ ਮੈਂ ਇਸ ਗੱਲ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦੀ ਕਿ ਮੈਂ ਕੋਈ ਮੈਸੇਜ ਦੇਵਾਂ। ਮੈਂ ਤਾਂ ਬੇਨਤੀ ਕਰ ਸਕਦੀ ਹਾਂ, ਕਿਉਂਕਿ ਮੇਰੀ ਪਛਾਣ
ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈ, ਮੇਰੀ ਆਪਣੀ ਕੋਈ ਆਇਡੈਂਟੀਟੀ ਨਹੀਂ। ਹਾਂ, ਮੈਂ ਇਹੀ ਬਹੁਤ ਵੱਡੀ ਪਛਾਣ ਹੈ ਜੀ। ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜਿੱਥੇ ਮੈਂ ਅੱਜ ਬੈਠੀ ਹਾਂ, ਅੱਜ ਮੈਂ ਇੰਗਲੈਂਡ ਦੇ ਵਿੱਚ ਸੰਗਤਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਨੂੰ। ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਦੇ ਵਿੱਚ ਅਸੀਂ ਜਿਹੜਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ 'ਚ ਜਿਹੜੇ ਪ੍ਰੋਗਰਾਮ ਹੋ ਰਹੇ ਆ 22 ਤੋਂ 24 ਦਸੰਬਰ ਤੱਕ, ਉੱਥੇ ਸੰਗਤਾਂ ਨੇ ਦਰਸ਼ਨ ਕਰਨ ਦਾ ਮੋਟਿਵ ਲੈ ਕੇ ਆਏ ਸੀਗੇ। ਔਰ ਉਸ ਤੋਂ ਬਾਅਦ 'ਚ ਬਾਬਾ ਜੀ ਦੀ ਜਿਹੜੀ ਬਾਬਾ ਠਾਕਰ ਸਿੰਘ ਜੀ ਦੀ ਬਰਸੀ ਆ, ਟੀਵੀਡਲ ਗੁਰਦੁਆਰਾ ਸਾਹਿਬ ਜੀ, ਮੈਂ ਉਹਨਾਂ ਨੂੰ ਯਾਦ ਕੀਤੇ ਬਿਨਾਂ ਨਹੀਂ ਰਹਿ ਸਕਦੀ ਇਸ ਸਮੇਂ 'ਤੇ, ਬਾਬਾ ਠਾਕਰ ਸਿੰਘ ਜੀ ਹੋਣਾ ਨੂੰ, ਕਿਉਂਕਿ ਮੈਂ ਜਨਮ ਭਾਈ ਅਮਰੀਕ ਸਿੰਘ ਦੇ ਜਦੋਂ ਘਰ ਲਿਆ, ਉਹਨਾਂ ਦੀ ਗੋਦੀ ਦਾ ਆਨੰਦ ਮਾਣਿਆ। ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਗੋਦੀ ਦਾ ਵੀ ਆਨੰਦ ਮਾਣਦੀ ਰਹੀ ਉਹਨਾਂ ਦੇ ਨਾਲ। ਲੇਕਿਨ ਜਦੋਂ ਸਮਝ ਆਉਣ ਲੱਗਦੀ ਬੱਚੇ ਨੂੰ 8-9 ਸਾਲ ਤੋਂ ਬਾਅਦ 'ਚ ਹੌਲੀ ਹੌਲੀ, ਕਿਉਂਕਿ ਉਦੋਂ ਤਾਂ ਬਹੁਤ ਛੋਟੀ ਸੀਗੀ ਮੈਂ ਜਦੋਂ 84 ਦਾ ਹੋਇਆ, ਜਦੋਂ ਮੈਂਟਲ ਲੈਵਲ ਡਿਵੈਲਪ ਹੋਣਾ ਸ਼ੁਰੂ ਹੋਇਆ, ਤਾਂ ਉਦੋਂ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਪਰਸਨੈਲਿਟੀ ਨੇ ਪ੍ਰਭਾਵਿਤ ਕੀਤਾ, ਜਿਸ ਸ਼ਖਸੀਅਤ ਨੇ ਪ੍ਰਭਾਵਿਤ ਕੀਤਾ, ਉਹ ਸੀ ਬਾਬਾ ਠਾਕਰ ਸਿੰਘ ਜੀ। ਬਿਲਕੁਲ, ਕਿਉਂਕਿ ਉਸ ਸਮੇਂ ਦੇ ਉੱਤੇ ਜਿਹੜਾ ਤੁਹਾਡਾ ਮਾਈਂਡ ਡਿਵੈਲਪ ਹੋ ਰਿਹਾ ਹੁੰਦਾ, ਜੋ ਤੁਸੀਂ ਦੇਖਦੇ ਹੋ ਨਾ, ਬੜੀ ਛੇਤੀ ਬੱਚਾ ਕੈਚ ਕਰਦਾ ਉਸ ਸਟੇਜ ਦੇ ਉੱਤੇ। ਤਾਂ ਉਸ ਸਮੇਂ ਦੇ ਵਿੱਚ ਜਿਹੜੀ ਗਾਈਡੈਂਸ ਉਹਨਾਂ ਨੇ ਦਿੱਤੀ, ਜੋ ਪਿਆਰ ਉਹਨਾਂ ਨੇ ਦਿੱਤਾ, ਜੋ ਅਪਣੱਤ ਉਹਨਾਂ ਨੇ ਦਿੱਤੀ ਆ, ਮੇਰਾ ਖਿਆਲ ਉਹ ਸਾਨੂੰ ਸਾਰੀ ਜ਼ਿੰਦਗੀ ਉਹਦਾ ਅਸਰ ਸਾਡੇ ਜੀਵਨ 'ਚ ਅੱਜ ਵੀ ਦੇਖਣ ਨੂੰ ਮਿਲਦਾ ਹੈ। ਬਿਲਕੁਲ। ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੂੰਗੀ ਕਿ ਅੱਜ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਬੈਠਣ ਦੇ ਕਾਬਿਲ ਇਸ ਕਰਕੇ ਹੋਏ ਆ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਜਦੋਂ ਲਾਸਟ ਸਾਨੂੰ ਮਿਲੇ ਆ, ਤਾਂ ਮੇਰੇ ਫਾਦਰ ਸਾਹਿਬ ਨੇ ਮੇਰੇ ਮਦਰ ਨੂੰ ਬੜਾ ਕਲੀਅਰਲੀ ਕਹਿ ਦਿੱਤਾ ਸੀਗਾ ਕਿ ਜਿਹੜੀ ਘੜੀ ਦਾ ਅਸੀਂ ਬੜੇ ਸਾਲਾਂ ਤੋਂ ਇੰਤਜ਼ਾਰ ਕਰਦੇ ਸੀ ਨਾ, ਉਹ ਘੜੀ ਆ ਗਈ ਹੈ, ਅਸੀਂ ਸ਼ਹੀਦ ਹੋਣਾ। ਹੀ ਵਾਸ ਕਮਿਟਡ। ਉਹ ਅਰਦਾਸ ਕਰਦੇ ਹੁੰਦੇ ਸੀ ਕਿ ਗੁਰੂ ਮਹਾਰਾਜ ਸ਼ਹੀਦ ਤਾਂ ਹੋਣਾ ਹੀ ਹੈ, ਕਿਉਂਕਿ ਜਿੱਥੋਂ ਤੱਕ ਪਹੁੰਚ ਚੁੱਕੀ ਸਾਡੀ ਗੱਲ, ਜਿੱਥੋਂ ਤੱਕ ਸੰਘਰਸ਼ ਜਾ ਚੁੱਕਿਆ, ਸੈਂਟਰ ਸਰਕਾਰ ਦੇ ਨਾਲ ਸਾਡਾ ਮੱਥਾ ਲੱਗ ਚੁੱਕਿਆ, ਇੱਕ ਦਿਨ ਤਾਂ ਹਜੇ ਆਉਣਾ ਹੀ ਆ। ਪਰ ਅਰਦਾਸ ਇਹ ਕਰਦੇ ਸੀ, ਬੇਨਤੀ ਇਹ ਹੈ ਕਿ ਸੱਚੇ ਪਾਤਸ਼ਾਹ ਕਿਤੇ ਪਿੱਠ 'ਚ ਗੋਲੀ ਨਾ ਲੱਗੇ, ਜਦੋਂ ਡਿੱਗੀਏ ਛਾਤੀ 'ਚ ਗੋਲੀਆਂ ਖਾ ਕੇ ਤੇਰੇ ਦਰ ਦੇ ਉੱਤੇ ਡਿੱਗੀਏ, ਕਿਸੇ ਗਲੀ 'ਚ ਨਾ ਡਿੱਗੇ ਹੋਈਏ। ਉਹਨਾਂ ਨੇ ਜਦੋਂ ਮੇਰੇ ਮਦਰ ਨੂੰ ਦੱਸਿਆ ਵੀ ਉਹ ਸਮਾਂ ਆ ਗਿਆ ਤੇ ਅਸੀਂ ਸ਼ਹੀਦ ਹੋਣਾ, ਪਰ ਤੁਸੀਂ ਮੇਰੀਆਂ ਬੇਟੀਆਂ ਨੂੰ ਪੜ੍ਹਾਉਣਾ ਜ਼ਰੂਰ ਹੈ, ਇਹਨਾਂ ਨੂੰ ਉੱਚ ਵਿੱਦਿਆ ਦੇਣੀ ਆ, ਤਾਂ ਕਿ ਮੇਰੇ ਤੋਂ ਬਾਅਦ ਮੇਰੇ ਬੱਚੇ ਜਿੱਥੇ ਵੀ ਜਾਣ, ਇਹਨਾਂ ਦੀ ਸ਼ਖਸੀਅਤ 'ਚੋਂ ਮੇਰੇ ਸੰਸਕਾਰ ਝਲਕਣ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮੇਰੇ ਬੱਚੇ ਆ। ਤੇ ਮੇਰੇ ਕਹਿਣ ਦਾ ਮਤਲਬ ਇਹ ਅੱਜ ਕਿ ਮੈਂ ਜ਼ਰੂਰ ਇੱਥੇ ਮੈਂ ਰਹਿ ਨਹੀਂ ਸਕਦੀ ਇਸ ਗੱਲ ਕੀਤੇ ਤੋਂ ਬਿਨਾਂ, ਕਿ ਅੱਜ ਮੈਂ ਇੱਥੇ ਬੈਠੀ ਹਾਂ ਤੇ ਇਹ ਉਹਨਾਂ ਦੀ ਇੱਛਾ ਹੈ ਜਿਹੜੀ ਗੁਰੂ ਮਹਾਰਾਜ ਨੇ ਪੂਰੀ ਕੀਤੀ, ਕਿਉਂਕਿ ਉਹ ਤਾਂ ਆਪਣਾ ਆਪ ਵਾਰ ਗਏ, ਸ਼ਹੀਦ ਹੋ ਗਏ, ਤੇ ਸ਼ਹੀਦਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਫਿਰ ਗੁਰੂ ਸਾਹਿਬ ਆਪ ਕਰਦੇ ਨੇ। ਇਹ ਉਹਨਾਂ ਦੀ ਖਾਹਿਸ਼ ਆ ਕਿ ਮੈਂ ਆਪ ਸਭ ਸੰਗਤਾਂ ਦੇ ਵਿੱਚ ਇੱਥੇ ਬੈਠੀ ਹਾਂ, ਤੁਹਾਡੇ ਦਰਸ਼ਨ ਕਰ ਰਹੀ ਹਾਂ। ਮੈਨੂੰ ਬੜੀ ਧੰਨਵਾਦੀ ਹਾਂ ਮੈਂ ਸਮੂਹ ਪ੍ਰਬੰਧਕਾਂ ਦੀ, ਇਸ ਕੇ ਚੈਨਲ ਦੀ, ਕਿ ਤੁਸੀਂ ਸਾਰਿਆਂ ਨੇ ਮੈਨੂੰ ਦਰਸ਼ਨ ਕਰਵਾਏ ਆ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢਿਆ, ਕਿਉਂਕਿ ਸਬੱਬ ਨਹੀਂ ਬਣ ਰਿਹਾ ਸੀ। ਮਾਤਾ ਜੀ ਹੁਣੀ ਵੀ ਆਏ ਸੀ ਸ਼ਾਇਦ, ਤੇ ਵੀਰ ਜੀ ਹੁਣੇ, ਉਹ ਸਮਾਂ ਥੋੜਾ ਹੋਣ ਕਰਕੇ ਤੇ ਆਪਾਂ ਗੱਲਬਾਤ ਉਹਨਾਂ ਨਾਲ ਕਰ ਨਹੀਂ ਸਕੇ, ਸਗੋਂ ਅੱਜ ਸਬੱਬ ਬਣੇ ਨੇ, ਚੰਗੇ ਭਾਗ ਨੇ ਤੁਸੀਂ ਇੱਥੇ ਆਏ ਹੋ ਤੇ ਸੰਗਤਾਂ ਦੇ ਰੂਬਰੂ ਹੋਏ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ ਜੀ। ਜੀ ਦਰਸ਼ਕੋ, ਜਿਹੜਾ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਵਾ। ਅਸੀਂ ਭੈਣ ਜੀ ਹੁਣੀ ਇੱਥੇ ਆਏ ਹੋਏ ਨੇ 22, 23, 24 ਦਸੰਬਰ ਨੂੰ ਜਿਹੜੇ ਸ਼ਹੀਦੀ ਸਮਾਗਮ ਜਿਹੜੇ ਹੋ ਰਹੇ ਨੇ ਸਮੈਥੀ ਗੁਰਦੁਆਰਾ, ਵੱਡੇ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਵਿਖੇ ਤੁਸੀਂ ਹਾਜ਼ਰੀਆਂ ਭਰਨੀਆਂ ਨੇ, ਤੇ ਬਾਬਾ ਠਾਕਰ ਸਿੰਘ ਜੀ ਦੀ ਬਰਸੀ ਜਿਹੜੀ ਟੀਵੀਡਲ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ, ਉੱਥੇ ਵੀ ਭੈਣ ਜੀ ਉਹਨਾਂ ਨੇ ਹਾਜ਼ਰੀ ਭਰਨੀ। ਤੁਸੀਂ ਵੀ ਸਾਰਿਆਂ ਨੇ ਹੁਮ ਹੁਮਾ ਕੇ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਉੱਤੇ ਪਹੁੰਚਣਾ, ਤਾਂ ਜੋ ਅਸੀਂ ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੇ ਜੋ ਸੁਨੇਹਾ ਦਿੱਤਾ ਹੈ, ਉਹਨਾਂ ਦਾ ਸੁਨੇਹਾ ਅਸੀਂ ਲਿਆ ਸਕੀਏ ਤੇ ਉਸ ਸੁਨੇਹੇ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ, ਤੇ ਕੌਮ ਦੀ ਆਜ਼ਾਦੀ ਦੇ ਲਈ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ। ਜਿਹੜਾ ਸਮਾਂ ਉਹ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੇ ਭੈਣ ਜੀ ਹੁਣਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਅਸੀਂ ਨਵੇਂ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਨਵੇਂ ਮਹਿਮਾਨ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੇਰੇ ਵੱਲੋਂ ਤੇ ਭੈਣ ਜੀ ਸਤਵੰਤ ਕੌਰ ਜੀ ਵੱਲੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।